ਧੰਨ ਵਾਹਿਗੁਰੂ ਸਾਹਿਬ ਜੀ। ਕਿਸ ਪਹੇ ਕਰੋ ਜੋਹਾਰ ਬੇਨਤੀ, ਬਿਨਾ ਸ਼ਾਮ ਜਗ ਮਾਏ। ਤੁਮਰੀ ਸਿਆਮ ਸਰਨ ਜਗ ਬੰਦਨ, ਹਉ ਮਤ ਮੰਦ ਅਧੀਨ ਰਜ਼ਾਏ। ਮਹਾ ਭਿਆਨ ਕਠਿਨ ਭਵ ਸਾਗਰ, ਹਰ ਬਿਨ ਤਰਨ ਨਹੀਂ ਕਤ ਜਾਏ। ਹਉ ਮਤ ਮੰਦ ਅੰਧ ਮਤ ਬਾਵਰ, ਅੰਤ ਸਮੇ ਹਰ ਹੋ ਸਹਾਏ। ਹਉ ਮਤ ਮੰਦ ਅੰਧ ਮਤ ਬਾਵਰ, ਅੰਤ ਸਮੇ ਹਰ ਹੋ ਸਹਾਏ। ਸਗਲ ਦਵਾਰ ਕਉ ਛਾਡ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਧੰਨ ਸਤਿਗੁਰੂ ਬਾਲਾ ਪ੍ਰੀਤਮ ਚੋਜੀ ਪਿਆਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪ ਸਭ ਸੰਗਤਾਂ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਜੁੜ ਕਰਕੇ ਨਾਮ ਦਾ ਨਿੱਘ ਮਾਣ ਰਹੇ ਹੋ। ਆਓ ਖਾਲਸਾ ਜੀ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸ਼ਬਦ ਦੀ ਵਿਚਾਰ ਦੇ ਲਈ ਜੋ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਇਸ ਸਮੇਂ ਨੂੰ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਬਖਸ਼ਿਆ ਫਤਿਹ ਦਾ ਨਾਰਾ ਬੁਲੰਦ ਕਰੀਏ। ਮੇਰੀ ਬੇਨਤੀ ਹੈ, ਬੜੇ ਹੀ ਭਾਵਨਾ ਸਹਿਤ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਓ ਔਰ ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਖਾਲਸਾ ਜੀ, ਬੀਤੇ ਦਿਨੀ ਸ਼ਬਦ ਦੀ ਵਿਚਾਰ ਦੇ ਅੰਦਰ ਸਰਵਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਸਿੱਖਿਆ ਦਿੰਦੇ ਨੇ ਕਿ ਭਾਈ ਸਿੱਖਾ, ਉਹ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਟਿਕਾ, ਕਿਉਂਕਿ ਜੇ ਉਹਦੇ ਚਰਨਾਂ ਦੀ ਟੇਕ ਨਾ ਹੋਵੇ ਤੇ ਮਨ ਡੋਲ ਜਾਂਦਾ। ਬਸ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹੀ ਦੱਸ ਰਹੇ ਨੇ ਕਿ ਮਨ ਡੋਲਦਾ ਕਿਵੇਂ ਹੈ। ਜੇ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਨਾ ਹੋਵੇ, ਬਾਣੀ ਦਾ ਪੱਲਾ ਗੁਰੂ ਕੇ ਸਿੱਖ ਨੇ ਨਾ ਫੜਿਆ ਹੋਵੇ, ਨਿਤਨੇਮ ਦਾ ਪੱਲਾ, ਗੁਰੂ ਦੀ ਸੇਵਾ ਦਾ ਪੱਲਾ ਗੁਰੂ ਕੇ ਸਿੱਖ ਨੇ ਨਾ ਫੜਿਆ ਹੋਵੇ, ਤੇ ਮਨ ਦੀ ਹਾਲਤ ਕੀ ਹੋ ਜਾਂਦੀ ਹੈ, ਮਨ ਕਿਸ ਤਰ੍ਹਾਂ ਡੋਲ ਜਾਂਦਾ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਪ੍ਰਭਾਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਭਾਸ। ਪ੍ਰਭਾਤੀ ਵਿਭਾਸ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ 8 ਪਦਿਆਂ ਵਾਲੇ ਸ਼ਬਦ ਨੂੰ ਉਚਾਰਨ ਕਰਦੇ ਨੇ ਔਰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ, ਜਿਸ ਦੇ ਚਰਨਾਂ ਦੀ ਟੇਕ ਟਿਕਾਉਣ ਵਾਸਤੇ ਰੋਜ਼ਾਨਾ ਗੁਰੂ ਕੀ ਬਾਣੀ ਹੋਕਾ ਦਿੰਦੀ ਹੈ। ਔਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸੰਸਾਰ ਦੀ ਉਤਪਤੀ ਕਰ ਰਿਹਾ, ਸੰਸਾਰ ਨੂੰ ਬਣਾ ਰਿਹਾ, ਜਨਮ ਦੇ ਰਿਹਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸੰਸਾਰ ਦੀ ਪਾਲਣਾ ਕਰ ਰਿਹਾ। ਸਾਨੂੰ ਜੀਵਾਂ ਨੂੰ ਰਿਜ਼ਕ ਤੇ ਰੋਜੀ ਵੀ ਪਰਮਾਤਮਾ ਦੇ ਰਿਹਾ। ਤੂੰ ਹੀ ਰਾਜ਼ ਰੋਜ਼ੀ ਦੇਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਉਹ ਪਰਮਾਤਮਾ ਹੀ ਰੋਜੀ ਦੇ ਰਿਹਾ, ਰਿਜ਼ਕ ਦੇ ਰਿਹਾ।
ਪਰਮਾਤਮਾ ਹੀ ਪਾਲਣਾ ਕਰ ਰਿਹਾ ਹੈ ਤੇ ਅੰਤ ਪਰਮਾਤਮਾ ਹੀ ਫਿਰ ਸੰਸਾਰ ਨੂੰ, ਕੁਦਰਤ ਨੂੰ ਕਾਲ ਬਣ ਕੇ ਸਮੇਟ ਰਿਹਾ ਹੈ। ਉਸ ਅਕਾਲ ਪੁਰਖ ਦੀ ਸੋਝੀ ਉਦੋਂ ਹੁੰਦੀ ਹੈ ਜਦੋਂ ਗੁਰੂ ਕਾ ਸਿੱਖ ਸੱਚੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਿਹਰ ਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਖਸ਼ੇ ਸ਼ਬਦ ਗੁਰੂ ਦੀ ਮਿਹਰ ਦਾ ਪਾਤਰ ਬਣਦਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦੁਬਿਧਾ ਬਉਰੀ ਮਨ ਬਉਰਾਇਆ। ਕਹਿੰਦੇ ਜਦੋਂ ਤੱਕ ਬਾਣੀ ਦੀ ਟੇਕ ਨਾ ਹੋਵੇ, ਜਦੋਂ ਤੱਕ ਗੁਰ ਸ਼ਬਦ ਦੀ ਟੇਕ ਨਾ ਹੋਵੇ, ਸੇਵਾ ਸਿਮਰਨ ਦਾ ਪੱਲਾ ਨਾ ਪਕੜਿਆ ਹੋਵੇ, ਤੇ ਜਿਹੜੀ ਇਹ ਕਮਲੀ ਜਿਹੀ ਦੁਬਿਧਾ ਆ, ਬੌਰੀ ਦੁਬਿਧਾ, ਇਹ ਸਾਡੇ ਮਨ ਨੂੰ ਵੀ ਬੌਰਾ ਕਰ ਦਿੰਦੀ ਹੈ, ਮਨ ਨੂੰ ਵੀ ਕਮਲਾ ਬਣਾ ਦਿੰਦੀ ਹੈ। ਮਨ ਨੂੰ ਕੁਝ ਸਮਝ ਹੀ ਨਹੀਂ ਲੱਗਦਾ। ਸੰਸਾਰ ਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਜੀਵ ਨੇ ਜਿਹੜੇ ਹਰ ਪਲ ਇਹੀ ਕਹੀ ਜਾਂਦੇ ਨੇ ਕਿ ਸਮਝ ਹੀ ਨਹੀਂ ਆ ਰਿਹਾ ਕਿ ਕੀ ਕਰੀਏ। ਮਨ ਕਿਤੇ ਇੱਕ ਗੱਲ ਤੇ ਟਿਕਦਾ ਹੀ ਨਹੀਂ। ਮਨ ਦੇ ਵਿੱਚ ਕੋਈ ਫੁਰਨਾ ਆਉਂਦਾ, ਜਦੋਂ ਉਸ ਫੁਰਨੇ ਬਾਰੇ ਸੋਚਦੇ ਹਾਂ ਤੇ ਇੱਕ ਪਲ ਬਾਅਦ ਹੀ ਮਨ ਦੇ ਵਿੱਚ ਫਿਰ ਦੂਸਰਾ ਫੁਰਨਾ ਆ ਜਾਂਦਾ, ਫਿਰ ਤੀਸਰਾ ਫੁਰਨਾ ਆ ਜਾਂਦਾ, ਫਿਰ ਚੌਥਾ ਫੁਰਨਾ ਆ ਜਾਂਦਾ। ਭਾਵ ਮਨ ਨੂੰ ਟਿਕਾ ਨਹੀਂ। ਇਸ ਦੁਬਿਧਾ ਨੇ ਸਾਡੇ ਮਨ ਨੂੰ ਵੀ ਬੋਰਾ ਕਰ ਦਿੱਤਾ। ਇਸੇ ਕਰਕੇ ਸਤਿਗੁਰੂ ਨੇ ਕਿਹਾ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਕਿ ਦੁਬਿਧਾ ਵਿੱਚ ਪੈ ਕੇ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰੂ ਕੇ ਸਿੱਖ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਕਾਲ ਦਾ ਪੁਜਾਰੀ ਬਣਾਇਆ। ਕਾਲ ਤੋਂ ਰਹਿਤ ਉਸ ਪ੍ਰਮਾਤਮਾ ਦਾ, ਵਾਹਿਗੁਰੂ ਦਾ ਪੁਜਾਰੀ ਬਣਾਇਆ। ਪਰ ਜਦੋਂ ਗੁਰ ਸ਼ਬਦ ਦੀ ਟੇਕ ਨਹੀਂ ਹੁੰਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਨ ਦੀ ਇਹ ਹਾਲਤ ਬਣ ਜਾਂਦੀ ਹੈ, ਦਿਲ ਖਸਤ ਪਰੇਸ਼ਾਨ ਮਨ ਬਦ ਕਮੀਨਮ। ਕਹਿੰਦੇ ਨੇ ਮਨ ਦੇ ਵਿੱਚ ਪਰੇਸ਼ਾਨੀਆਂ ਹਰ ਪਲ ਰਹਿੰਦੀਆਂ। ਫਿਰ ਬਦ ਵਕਤ ਗੁਨਹਗਾਰ ਪੁਰ ਫਿਤਨਹ ਲਈ ਮਮ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਨ ਦੁਬਿਧਾ ਵਿੱਚ ਪੈ ਜਾਂਦਾ, ਮਨ ਬੇਚੈਨੀ ਵਿੱਚ ਪੈ ਜਾਂਦਾ, ਤੇ ਹਾਰ ਕੇ ਜਦੋਂ ਮਨ ਡੋਲਦਾ ਫਿਰ ਇਹ ਗੁਨਾਹ ਕਮਾਉਣ ਲੱਗ ਪੈਂਦਾ। ਬੁਰੇ ਕਾਮ ਪਾਪ ਕੋਹ ਧਾਵਤ ਪਰ ਧਨ ਹਿਰਨ ਕੀ ਆਸਾ। ਪਰ ਤ੍ਰੇ ਪਰ ਨਿੰਦਾ ਮਹਿ ਰਚਿਓ ਨਿਸ ਦਿਨ ਵਿਖੈ ਬਿਲਾਸਾ। ਕਹਿੰਦੇ ਫਿਰ ਬੁਰੇ ਕੰਮਾਂ ਵਾਲੇ ਭੱਜ ਕੇ ਜਾਂਦਾ ਹੈ। ਬੁਰੇ ਕਾਮ ਪਾਪ ਕੋਹ ਧਾਵਤ, ਬੁਰੇ ਕੰਮਾਂ ਵੱਲ, ਪਾਪੀ ਕਰਮਾਂ ਵਾਲੇ ਭੱਜ ਜਾਂਦਾ ਹੈ। ਪਰਾਏ ਧਨ ਨੂੰ ਹਮੇਸ਼ਾ ਲੁੱਟਣ ਦੀ ਘੜਤਾ ਮਨ ਦੇ ਵਿੱਚ ਘੜਦਾ ਰਹਿੰਦਾ। ਜੇ ਸ਼ਬਦ ਦੀ ਟੇਕ ਨਾ ਹੋਵੇ, ਭਾਵ ਕਿ ਮਨ ਦੁਬਿਧਾ ਵਿੱਚ ਪਿਆ ਰਹਿੰਦਾ, ਮਨ ਨੂੰ ਬੇਚੈਨੀ ਲੱਗ ਜਾਂਦੀ ਹੈ, ਮਨ ਨੂੰ ਆਪਣੀ ਮੰਜ਼ਲ ਨਜ਼ਰ ਨਹੀਂ ਆਉਂਦੀ ਕਿ ਕਿਸ ਕਾਰਜ ਕਰਕੇ ਕਿਹੜੀ ਮੰਜ਼ਲ ਤੇ ਇਸ ਮਨ ਨੇ ਪਹੁੰਚਣਾ ਸੀ। ਸਤਿਗੁਰੂ ਕਹਿੰਦੇ ਇਹ ਹਾਲਤ ਬਣ ਜਾਂਦੀ ਹੈ ਜਦੋਂ ਬੌਰੀ ਦੁਬਿਧਾ ਮਨ ਨੂੰ ਬੌਰਾ ਕਰ ਦਿੰਦੀ ਹੈ। ਫਿਰ ਇਹ ਜੀਵ ਸਾਰਾ ਕੁਝ ਹਾਰ ਕੇ ਚਲਿਆ ਜਾਂਦਾ ਹੈ। ਝੂਠੈ ਲਾਲਚ ਜਨਮ ਗਵਾਇਆ। ਸਤਿਗੁਰੂ ਕਹਿੰਦੇ ਬਸ ਸੰਸਾਰ ਦੇ ਝੂਠੇ ਲਾਲਚਾਂ ਦੇ ਵਿੱਚ ਇਹ ਜ਼ਿੰਦਗੀ ਦੀ ਬਾਜੀ ਹਾਰ ਕੇ ਚਲਿਆ ਜਾਂਦਾ। ਇਹ ਜਿਹੜਾ ਐਸਾ ਅਨਮੋਲ ਜਨਮ ਇਸ ਜੀਵ ਨੂੰ ਮਿਲਿਆ ਸੀ ਪਰਮਾਤਮਾ ਦੀ ਇਬਾਦਤ ਵਾਸਤੇ, ਚੰਗੇ ਕਰਮ ਕਮਾਉਣ ਵਾਸਤੇ, ਸੁਚੱਜੇ ਕਰਮ ਕਮਾਉਣ ਵਾਸਤੇ, ਇਹ ਕੁਚੱਜੇ ਰਾਹਾਂ ਤੇ ਤੁਰ ਕੇ ਆਪਣੀ ਜ਼ਿੰਦਗੀ ਦੀ ਬਾਜੀ ਜੁਆਰੀ ਦੀ ਤਰ੍ਹਾਂ ਹਾਰ ਕੇ ਚਲਿਆ ਜਾਂਦਾ। ਖਾਲਸਾ ਜੀ, ਜਿਹੜੇ ਬੱਚੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਕੋਲ ਇੱਕ ਸਮਾਂ ਹੁੰਦਾ ਹੈ ਪੜ੍ਹਾਈ ਕਰਨ ਦਾ, ਵਿਦਿਆ ਪ੍ਰਾਪਤ ਕਰਨ ਦਾ, ਵਿਦਿਆ ਹਾਸਲ ਕਰਨ ਦਾ। ਪਰ ਜੇ ਉਹ ਵਿਦਿਆਲੇ ਦੇ ਵਿੱਚ, ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਾ ਕਰਕੇ ਪੜ੍ਹਾਈ ਨੂੰ ਨਾ ਪੜ੍ਹਨ, ਵਿਦਿਆ ਹਾਸਲ ਨਾ ਕਰਨ, ਆਪਣੇ ਅਧਿਆਪਕ ਦੀ ਗੱਲ ਨੂੰ ਨਾ ਸੁਣਨ ਤੇ ਨਾ ਹੀ ਆਪਣੇ ਅਧਿਆਪਕ ਦੀ ਗੱਲ ਨੂੰ ਮੰਨਣ, ਤੇ ਫਿਰ ਆਪਾਂ ਕਹਿੰਦੇ ਹਾਂ ਕਿ ਤੁਹਾਡਾ ਸਮਾਂ ਅੱਜ ਵਿਅਰਥ ਚਲਿਆ ਜਾਏਗਾ, ਤੁਹਾਨੂੰ ਇਹ ਸਮਾਂ ਦੁਬਾਰਾ ਨਹੀਂ ਮਿਲਣਾ, ਤੁਸੀਂ ਆਪਣਾ ਇਹ ਕੀਮਤੀ ਸਮਾਂ ਗਵਾ ਰਹੇ ਹੋ, ਕਿਉਂਕਿ ਉਮਰ ਪੜ੍ਹਨ ਦੀ ਹੈ। ਬਸ ਗੁਰੂ ਕੀ ਬਾਣੀ ਵੀ ਇਹੀ ਗੱਲ ਦਾ ਹੋਕਾ ਦਿੰਦੀ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਨੇ ਵੀ ਕਿਹਾ ਕਿ ਸੰਸਾਰ ਦੇ ਵਿਦਿਆਲੇ ਦੇ ਵਿੱਚ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪਰਮਾਤਮਾ ਦੇ ਨਾਮ ਦੀ ਖੋਜ ਵਾਸਤੇ ਤੈਨੂੰ ਘੱਲਿਆ ਹੈ। ਐ ਗੁਰਮੁਖਾ, ਤੂੰ ਚੰਗੇ ਕਰਮ ਕਮਾ, ਗੁਰੂ ਵੱਲ ਮੁਖ ਕਰਕੇ ਸੁਚੱਜੇ ਰਾਹ ਤੇ ਤੁਰ,
ਤਾਂ ਹੀ ਤੂੰ ਜ਼ਿੰਦਗੀ ਦੀ ਬਾਜੀ ਹਾਰ ਕੇ ਨਹੀਂ, ਜਿੱਤ ਕੇ ਜਾ ਸਕਦਾ। ਕਿਉਂਕਿ ਜਿੱਤਦੇ ਉਹੀ ਨੇ, ਤੇਰਾ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ। ਪਰ ਪਿਆਰਿਓ, ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਠੱਗ ਲਿਆ, ਜਿਨ੍ਹਾਂ ਨੂੰ ਵਿਸ਼ਿਆਂ ਵਿਕਾਰਾਂ ਨੇ ਠੱਗ ਲਿਆ, ਈਰਖਾ, ਦੁਐਸ਼ ਨੇ ਠੱਗ ਲਿਆ, ਉਹ ਜ਼ਿੰਦਗੀ ਦੀ ਬਾਜੀ ਅਕਸਰ ਹਾਰ ਕੇ ਜਾਂਦੇ ਆ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ, ਤੂੰ ਝੂਠੇ ਲਾਲਚ ਦੇ ਵਿੱਚ ਆਪਣਾ ਜਨਮ ਨਾ ਗਵਾ। ਬੁਰੇ ਕਾਮ ਪਾਪ ਕੋਹ ਧਾਵਤ, ਪਰ ਧਨ ਹਿਰਨ ਕੀ ਆਸਾ। ਇਹਨਾਂ ਵਿੱਚ ਸਮਾਂ ਵਿਅਰਥ ਨਾ ਗਵਾ, ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸਮਾਂ ਬਤੀਤ ਕਰ। ਕਿਉਂਕਿ ਲਪਟ ਰਹੀ ਫੁਨ ਬੰਧ ਨ ਪਾਇਆ। ਇਹ ਮਾਇਆ ਤੇ ਐਸੀ ਹੈ ਕਿ ਇਹ ਜੀਵ ਨੂੰ ਐਸਾ ਜੱਫਾ ਪਾਉਂਦੀ ਕਿ ਇਹਨੂੰ ਸਮਝ ਹੀ ਨਹੀਂ ਆਉਂਦੀ। ਪਰ ਪਿਆਰ ਵਾਲਿਓ, ਆਪਾਂ ਕਵਾਂਗੇ ਕਿ ਜੇ ਕਿਤੇ ਕੋਈ ਪਰੇਸ਼ਾਨੀ ਦੇ ਵਿੱਚ ਹੋਵੇ, ਕਿਤੇ ਦਲਦਲ ਦੇ ਵਿੱਚ ਫਸ ਜਾਵੇ, ਕਿਤੇ ਘੁੰਮਣ ਘੇਰੀ ਵਿੱਚ ਪੈ ਜਾਵੇ, ਤੇ ਫਿਰ ਉਹਨੂੰ ਬਚਾਉਣ ਦਾ ਤਰੀਕਾ ਵੀ ਹੁੰਦਾ। ਜੇ ਕਿਸੇ ਪਰੇਸ਼ਾਨੀ ਦੇ ਵਿੱਚ, ਕਿਸੇ ਤਕਲੀਫ ਦੇ ਵਿੱਚ ਕੋਈ ਇਨਸਾਨ ਹੋਵੇ, ਕਿਤੇ ਕੋਈ ਬਿਮਾਰੀ ਲੱਗ ਜਾਵੇ, ਤੇ ਉਹਨੂੰ ਬਚਾਉਣ ਦਾ ਵੀ ਤਰੀਕਾ ਪ੍ਰਮਾਤਮਾ ਨੇ, ਕੁਦਰਤ ਨੇ ਬਣਾਇਆ। ਸਤਿਗੁਰੂ ਕਹਿੰਦੇ, ਇਸ ਮਾਇਆ ਦੇ ਵਿੱਚ ਗਲਕਤ ਹੋਏ ਜੀਵਾਂ ਨੂੰ ਜੇ ਕੋਈ ਬਚਾ ਸਕਦਾ ਤੇ ਕੇਵਲ ਸੱਚਾ ਗੁਰੂ ਬਚਾ ਸਕਦਾ। ਕਿਉਂਕਿ ਸੱਚੇ ਗੁਰੂ ਦੇ ਵਿੱਚ ਇਹ ਕਲਾ ਹੈ, ਇਹ ਤਾਕਤ ਹੈ। ਪਰਮਾਤਮਾ ਦੇ ਵਿੱਚ ਇਹ ਤਾਕਤ ਹੈ। ਇਹ ਸਰੀਰਕ ਰੋਗ ਵੀ ਦੂਰ ਕਰ ਦਿੰਦਾ ਹੈ, ਇਹ ਅਧਿਆਤਮਕ ਰੋਗ ਵੀ ਦੂਰ ਕਰ ਦਿੰਦਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਕਿ ਜਿਹਨੇ ਬੰਗਲਾ ਸਾਹਿਬ ਨਮਸਕਾਰ ਕਰ ਲਈ, ਉਹਦੇ ਸਰੀਰਕ ਰੋਗ, ਵੱਡੀ ਤੋਂ ਵੱਡੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਗੁਰੂ ਅੱਗੇ ਵੱਡੀ ਤੋਂ ਵੱਡੀ ਬਿਮਾਰੀ ਵੀ ਕੱਖ ਨਹੀਂ। ਤੇ ਜਿਹਨੂੰ ਕਿਤੇ ਕੋਈ ਅਧਿਆਤਮਕ ਰੋਗ ਲੱਗਾ, ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰੇ ਤੇ ਅਧਿਆਤਮਕ ਰੋਗ ਵੀ ਦੂਰ ਹੋ ਜਾਂਦੇ। ਭਾਵ ਆਲਸ ਦੂਰ ਹੋ ਜਾਂਦਾ। ਫਿਰ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਨ ਦਾ ਚਾਅ ਪੈਦਾ ਹੋ ਜਾਂਦਾ। ਸਤਿਗੁਰੂ ਕਹਿੰਦੇ, ਸਤਿਗੁਰ ਰਾਖੇ ਨਾਮ ਦ੍ਰਿੜਾਇਆ। ਸਤਿਗੁਰੂ ਰੱਖ ਲੈਂਦਾ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਉਹ ਸੁਆਮੀ ਰੱਖਦਾ, ਪਰ ਕਿਸ ਤਰ੍ਹਾਂ? ਕਹਿੰਦੇ ਨਾਮ ਦ੍ਰਿੜਾਇਆ। ਸੁਕ੍ਰਿਤ ਕਰੋ ਤਰੋ ਭੈ ਸਾਗਰ, ਚਰਨ ਕਮਲ ਚਿਤ ਧਾਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਉਹ ਪਰਮਾਤਮਾ ਨਾਮ ਬਖਸ਼ ਕੇ ਤੁਹਾਨੂੰ ਰੱਖ ਲੈਂਦਾ। ਇਸ ਕਰਕੇ ਇੱਕ ਕੰਮ ਕਰੋ, ਅੰਮ੍ਰਿਤ ਵੇਲੇ ਉੱਠ ਕਰਕੇ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਉਪਾਏ ਕਰਿਆ ਕਰੋ। ਉਪਾਏ ਕੀ ਹੈ? ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਜੋ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸੁਭਾਗਾ ਸਮਾਂ ਅੰਮ੍ਰਿਤ ਵੇਲੇ ਦਾ, ਪੋਹ ਫੁੱਟੀ ਦਾ ਦਿੱਤਾ ਹੈ, ਉਸ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ, ਪ੍ਰਮਾਤਮਾ ਦੇ ਅਭਿਆਸ ਦੇ ਵਿੱਚ ਜੁੜ ਕਰਕੇ ਉਸ ਗੁਰੂ ਨਾਨਕ ਸਾਹਿਬ ਨੂੰ ਜੋ ਗੁਰੂ ਕਾ ਸਿੱਖ ਚੇਤੇ ਕਰੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਔਰ ਪਿਆਰ ਵਾਲਿਓ, ਗੁਰੂ ਕੇ ਸਿੱਖ ਨੂੰ, ਇਸ ਜੀਵ ਨੂੰ ਸੰਸਾਰ ਤੋਂ, ਸੰਸਾਰ ਦੀ ਮਾਇਆ ਦੇ ਪ੍ਰਭਾਵ ਤੋਂ ਰੱਖ ਲੈਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰੂ ਕਿਆ ਸਿੱਖਾ ਹਲੇ ਵੀ ਸਮਾਏ, ਤੂੰ ਗੁਰੂ ਕੇ ਚਰਨਾਂ ਨੂੰ ਗਲਵਕੜੀ ਪਾ। ਕਿਉਂਕਿ ਮਨ ਨੂੰ ਹੋਰ ਕੋਈ ਮੋੜਾ ਨਹੀਂ ਦੇ ਸਕਦਾ। ਨਾ ਮਨ ਮਰੈ ਨਾ ਮਾਇਆ ਮਰੈ। ਕਹਿੰਦੇ ਨਾ ਤੇ ਸਾਡਾ ਮਨ ਹੀ ਹਟਦਾ ਮਾਇਆ ਪਿੱਛੇ ਭੱਜਣ ਤੋਂ, ਬੁਰੇ ਕੰਮ ਵੱਲ ਭੱਜਣ ਤੋਂ, ਗੁਨਾਹ ਕਰਨ ਤੋਂ ਮਨ ਵੀ ਨਹੀਂ ਹਟਦਾ। ਬਹੁਤ ਔਖਾ ਹੈ ਹਟਾਉਣਾ। ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਦੇ, ਕੇਵਲ ਉਹੀ ਹਟਾ ਸਕਦੇ। ਜਿਹੜੇ ਰੋਜ਼ਾਨਾ ਗੁਰੂ ਨਾਨਕ ਸਾਹਿਬ ਦੇ ਬਚਨ ਕਮਾਉਂਦੇ, ਉਹੀ ਪਿਆਰ ਵਾਲਿਓ ਮਨ ਨੂੰ ਮਾਇਆ ਦੇ ਪ੍ਰਭਾਵ ਵੱਲੋਂ ਹਟਾ ਕੇ ਮਾਇਆ ਨੂੰ ਬਣਾਉਣ ਵਾਲੇ ਪ੍ਰਮਾਤਮਾ ਦੇ ਪ੍ਰਭਾਵ ਵਿੱਚ ਲਿਆ ਸਕਦੇ। ਕਿਉਂਕਿ ਮਾਇਆ ਵੀ ਤੇ ਪ੍ਰਮਾਤਮਾ ਨੇ ਬਣਾਈ ਹੈ। ਪਰ ਹਾਲ ਇਹ ਹੋ ਗਿਆ ਕਿ ਪ੍ਰਮਾਤਮਾ ਦੀ ਬਣਾਈ ਮਾਇਆ ਨਾਲ ਤੇ ਮੁਹੱਬਤ ਪੈ ਗਈ, ਪਰ ਜਿਸ ਨੇ ਮਾਇਆ ਨੂੰ ਬਣਾਇਆ ਉਸ ਖੁਦਾ ਨਾਲ ਮੁਹੱਬਤ ਨਾ ਪਈ, ਉਸ ਪਰਮਾਤਮਾ ਨਾਲ ਮੁਹੱਬਤ ਨਾ ਪਈ। ਸਤਿਗੁਰੂ ਕਹਿੰਦੇ ਨਾ ਮਨ ਮਰੈ। ਮਨ ਵੀ ਨਹੀਂ ਮਰ ਰਿਹਾ। ਸਾਡੇ ਅੰਦਰ ਹਜੇ ਵੀ ਕਿਤੇ ਨਾ ਕਿਤੇ ਫੁਰਨੇ ਨੇ ਕਿ ਮੇਰੀ ਕੋਈ ਹਸਤੀ ਹੈ, ਮੈਂ ਕਿਸੇ ਹਸਤੀ ਦਾ ਮਾਲਕ ਹਾਂ, ਮੇਰਾ ਕੋਈ ਅਹੁਦਾ ਹੈ। ਤੇ ਸਤਿਗੁਰੂ ਕਹਿੰਦੇ ਨਾ ਤੇ ਮਨ ਬੁਰੇ ਕੰਮਾਂ ਵੱਲੋਂ ਹਟਦਾ, ਤੇ ਨਾ ਮਾਇਆ ਮਰੈ, ਨਾ ਹੀ ਮਾਇਆ ਆਪਣਾ ਪ੍ਰਭਾਵ ਤੋਂ ਹਟਦੀ ਹੈ, ਨਾ ਹੀ ਕਿਤੇ ਮਾਇਆ ਪਿੱਛੇ ਹਟ ਰਹੀ ਹੈ ਆਪਣਾ ਪ੍ਰਭਾਵ ਪਾਉਣ ਤੋਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਜਿਨ ਕਿਛ ਕੀਆ ਸੋਈ ਜਾਣੈ, ਸ਼ਬਦ ਵਿਚਾਰ ਭਉ ਸਾਗਰ ਤਰੈ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਹੈ, ਜਿਹੜਾ ਸਾਰਾ ਕਣ ਕਣ ਦਾ ਕਰਨਹਾਰ ਹੈ, ਜਿਹਨੇ ਬ੍ਰਹਮੰਡ ਸਾਜਿਆ, ਜਿਹਨੇ ਇਨਸਾਨ ਨੂੰ ਸਾਜਿਆ, ਬਨਸਪਤੀ ਨੂੰ ਸਾਜਿਆ, ਵਾਯੂ ਮੰਡਲ ਨੂੰ ਸਾਜਿਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਆਪੀ ਨੇ ਆਪ ਸਾਜਿਓ, ਆਪੀ ਨੇ ਰੱਖਿਓ ਨਾਓ। ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਜਿਸਨੇ ਕੁਦਰਤ ਨੂੰ ਸਾਜਿਆ, ਜੋ ਸਭ ਕੁਝ ਕਰਨ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਸ ਜੀਵ ਦੇ ਕਰਮਾਂ ਨੂੰ ਜਾਣਦਾ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਗੁਰੂ ਨੇ ਜੋ ਸ਼ਬਦ ਦਿੱਤਾ ਹੈ ਨਾ, ਗੁਰੂ ਕੇ ਸਿੱਖ ਨੂੰ ਸ਼ਬਦ ਗੁਰੂ ਦੇ ਲੜ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਿਆਰ ਵਾਲਿਓ, ਬਾਣੀ ਇਸ ਗੱਲ ਦੀ ਸਿੱਖਿਆ ਦਿੰਦੀ ਹੈ ਕਿ ਜੇ ਗੁਰੂ ਕਾ ਸਿੱਖ ਸ਼ਬਦ ਦੀ ਵਿਚਾਰ ਨਿਤ ਕਰਿਆ ਕਰੇ ਤੇ ਸੱਚ ਹੈ, ਸੰਸਾਰ ਰੂਪੀ ਭਵਸਾਗਰ ਤੋਂ ਪਾਰ ਹੋ ਸਕਦਾ। ਇਹ ਉਪਾਏ ਹੈ, ਇਹ ਇਲਾਜ ਹੈ ਬਿਮਾਰੀ ਦਾ। ਇਹ ਮਨ ਜਿਹੜਾ ਦੁਬਿਧਾ ਵਿੱਚ ਪੈ ਚੁੱਕਿਆ, ਮਾਇਆ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ, ਇਸ ਮਨ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਪੀੜਾਂ ਤੋਂ ਬਚਾਇਆ ਜਾ ਸਕਦਾ ਹੈ ਸ਼ਬਦ ਦੀ ਵਿਚਾਰ ਦੇ ਰਾਹੀਂ। ਇਸੇ ਕਰਕੇ ਪਿਆਰ ਵਾਲਿਓ, ਗੁਰੂ ਸਾਹਿਬ ਨੇ ਬਾਰ-ਬਾਰ ਕਿਹਾ ਕਿ ਗੁਰੂ ਕਾ ਸਿੱਖ ਨਿਤਨੇਮੀ ਹੋਵੇ। ਨਿਤਨੇਮੀ ਐਸਾ ਹੋਵੇ ਕਿ ਜਦੋਂ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਕਰੇ ਨਾ, ਤੇ ਮਨ ਦੇ ਵਿੱਚ ਚਾਅ ਹੋਵੇ, ਬੱਧਾ ਚੱਟੀ ਨਾ ਕਰੇ। ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਮਨ ਦੇ ਵਿੱਚ ਵਿਚਾਰ ਵੀ ਕਰੇ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੈ ਪਾਲ, ਕਿ ਸਚਿਆਰ ਕਿਵੇਂ ਬਣਿਆ ਜਾਵੇਗਾ, ਤੇ ਫਿਰ ਹੁਕਮ ਰਜਾਈ ਚੱਲਣਾ, ਪਰਮਾਤਮਾ ਦੇ ਹੁਕਮ ਨੂੰ ਪਛਾਣਨ ਦਾ ਯਤਨ ਕਰੀਏ। ਭਾਵ ਜੋ ਸ਼ਬਦ ਸਿੱਖਿਆ ਦੇ ਰਿਹਾ ਹੈ, ਜੋ ਗੁਰੂ ਨਾਨਕ ਸਾਹਿਬ ਆਪਣੇ ਸ਼ਬਦ ਰਾਹੀਂ ਸਿੱਖਿਆ ਦਿੰਦੇ ਨੇ, ਉਸ ਦੀ ਵਿਚਾਰ ਕਰਾਂਗੇ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਭਵਸਾਗਰ ਤੋਂ ਪਾਰ ਹੋ ਜਾਾਂਗੇ। ਭਵਸਾਗਰ ਤੋਂ ਪਾਰ ਪਿਆਰਿਓ, ਮੈਂ ਬੇਨਤੀ ਕਰਾਂ ਕਿ ਅੱਜ ਤੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਇੰਨੀਆਂ ਕਿ ਆ ਜਾਂਦੀਆਂ, ਤਕਲੀਫਾਂ ਇੰਨੀਆਂ ਕਿ ਆ ਜਾਂਦੀਆਂ ਕਿ ਸੰਸਾਰ ਦਾ ਭਵਸਾਗਰ ਪਾਰ ਕਰਨ ਵੱਲ ਧਿਆਨ ਹੀ ਨਹੀਂ ਜਾਂਦਾ। ਬੰਦਾ ਇੱਥੇ ਆ ਕਰਕੇ ਵੀ ਸੰਸਾਰ ਦੇ ਪਦਾਰਥਾਂ ਤੱਕ ਹੀ ਉਲਝਿਆ ਰਹਿੰਦਾ, ਸੰਸਾਰ ਦੇ ਪਦਾਰਥ ਹੀ ਮੰਗਦਾ। ਪਰ ਜੇ ਕਿਤੇ ਇਸ ਦਰ ਤੇ ਆ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਿਹਰ ਮੰਗ ਲਈਏ, ਜੇ ਕਿਤੇ ਇਸ ਦਰ ਤੇ ਆ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਸੱਚ ਹੈ ਇਹ ਦਰ ਤੇ ਐਸਾ ਕਰਾਮਾਤਾਂ ਵਾਲਾ, ਐਸੀ ਕਲਾ ਵਰਤਾਉਣ ਵਾਲਾ ਕਿ ਇਹ ਸੰਸਾਰਕ ਲੋੜਾਂ ਵੀ ਪੂਰੀਆਂ ਕਰ ਦਿੰਦਾ ਤੇ ਅਧਿਆਤਮਕ ਲੋੜਾਂ ਵੀ ਪੂਰੀਆਂ ਕਰ ਦਿੰਦਾ। ਇਹ ਇਸ ਦਰ ਦੇ ਵਿੱਚ ਕਲਾ ਹੈ। ਗੁਰੂ ਨਾਨਕ ਸਾਹਿਬ ਵਿਸ਼ਰਾਮ ਦਿੰਦੇ ਹੋਏ ਅੱਗੇ ਬਚਨ ਕਰਦੇ ਨੇ, ਰਹਾਉ ਮਾਇਆ ਸੰਚ ਰਾਜੇ ਅਹੰਕਾਰੀ। ਮਹਾਰਾਜ ਕਹਿੰਦੇ ਨੇ, ਮਾਇਆ ਇਕੱਠੀ ਕਰ ਰਿਹਾ ਇਨਸਾਨ, ਪਰ ਇਹਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਮਾਇਆ ਇਕੱਠੀ ਕਰਤਾ ਰਿਹਾ, ਮਾਇਆ ਪਿੱਛੇ ਦੌੜਦਾ ਰਿਹਾ, ਪਰ ਮਾਇਆ ਪਿੱਛੇ ਦੌੜਦਾ ਦੌੜਦਾ ਹੰਕਾਰੀ ਬਣ ਜਾਂਦਾ। ਸਤਿਗੁਰੂ ਕਹਿੰਦੇ, ਰਾਜੇ ਮਹਾਰਾਜੇ ਬਾਦਸ਼ਾਹ ਇਸ ਦੁਨੀਆ ਦੇ ਤਖਤੇ ਤੇ ਆਏ, ਤੇ ਜਿਹਦਾ ਜਿੰਨਾ ਵੱਡਾ ਰਾਜ ਸੀ, ਜਿਹਦੇ ਕੋਲ ਜਿੰਨੇ ਜ਼ਿਆਦਾ ਪਦਾਰਥ ਸਨ, ਫੌਜ ਸੀ, ਹਾਥੀ ਸਨ, ਘੋੜੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਓਡੇ ਵੱਡੇ ਹੰਕਾਰੀ ਹੋ ਗਏ। ਜਿਹਦੇ ਕੋਲ ਜਿੰਨੇ ਪਦਾਰਥ ਆਏ, ਉਹ ਓਨੇ ਵੱਡੇ ਹੰਕਾਰੀ ਹੋ ਗਏ। ਪਰ ਇਸੇ ਕਰਕੇ ਪਿਆਰਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਇਹ ਦਿੱਤੀ ਕਿ ਗੁਰੂ ਕਾ ਸਿੱਖ ਭਾਵੇਂ ਮਹਿਲਾਂ ਵਿੱਚ ਵੀ ਰਹਿੰਦਾ ਹੋਵੇ, ਸੋਹਣਾ ਕਾਰੋਬਾਰ ਚੜ੍ਹਦੀ ਕਲਾ ਵਿੱਚ ਕਰਦਾ ਹੋਵੇ, ਤਾਂ ਵੀ ਯਤਨ ਕਰਿਆ ਕਰੇ ਕਿ ਵੱਡੇ ਮਹਿਲਾਂ ਦੇ ਵਿੱਚ ਵੀ ਗੁਰੂ ਨਾਨਕ ਨੂੰ ਰੋਜ਼ਾਨਾ ਚੇਤੇ ਕਰਿਆ ਕਰੇ। ਜੇ ਵੱਡੇ ਮਹਿਲਾਂ ਦੇ ਵਿੱਚ ਸੋਹਣੇ ਕਾਰੋਬਾਰ ਕਰਦੇ ਹੋਏ ਵੀ ਗੁਰੂ ਕਾ ਸਿੱਖ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦਾ ਰਹੇਗਾ, ਗੁਰਮੰਤਰ ਦਾ ਅਭਿਆਸੀ ਰਹੇਗਾ, ਔਰ ਗੁਰੂ ਕੀ ਸੇਵਾ ਕਰਦਾ ਰਹੇਗਾ, ਗੁਰੂ ਕੀ ਚਾਕਰੀ ਕਰਦਾ ਰਹੇਗਾ, ਤੇ ਸੱਚ ਹੈ ਇਹਨੂੰ ਕਦੇ ਵੀ ਹਉਮੈ ਦਾ ਰੋਗ ਨਹੀਂ ਲੱਗੇਗਾ, ਹੰਕਾਰ ਦੀ ਬਿਮਾਰੀ ਨਹੀਂ ਲੱਗੇਗੀ। ਕਿਉਂਕਿ ਗੁਰੂ ਘਰ ਦਾ ਜਦੋਂ ਗੁਰੂ ਕਾ ਸਿੱਖ ਝਾੜੂ ਫੇਰਦਾ ਨਾ ਆ ਕੇ, ਸੰਗਤ ਦੀ ਧੂੜੀ ਜਦੋਂ ਮੱਥੇ ਨਾਲ ਲੱਗਦੀ ਆ, ਫਿਰ ਆਪੇ ਹੀ ਹਉਮੈ ਦੀ ਬਿਮਾਰੀ ਦਾ ਇਲਾਜ ਹੋ ਜਾਂਦਾ, ਇਹ ਜੜੋਂ ਪੱਟੀ ਜਾਂਦੀ। ਜਦੋਂ ਗੁਰੂ ਕਾ ਸਿੱਖ ਗੁਰੂ ਘਰ ਸੇਵਾ ਕਰਦਾ, ਸੰਗਤਾਂ ਦੇ ਜੋੜੇ ਝਾੜਦਾ, ਜੋੜੇ ਮਸਤਕ ਨਾਲ ਲਾਉਂਦਾ, ਤੇ ਸੱਚ ਹੈ ਉਹਨਾਂ ਜੋੜਿਆਂ ਵਿੱਚ ਵੀ ਗੁਰੂ ਦੀ ਸੇਵਾ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਕਲਾ ਵਰਤਦੀ ਹੈ, ਇਹਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਮਾਇਆ ਦੇ ਪ੍ਰਭਾਵ ਵਿੱਚ ਨਾ ਪੈ,
ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰ। ਕਬੀਰ ਲੂਟਣਾ ਹੈ ਤੋ ਲੂਟ ਲੈ, RAM ਨਾਮ ਹੈ ਲੂਟ। ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ। ਜੇ ਲੁੱਟਣਾ ਹੈ ਤੇ ਪਰਮਾਤਮਾ ਦੇ ਨਾਮ ਨੂੰ ਲੁੱਟ ਲੈ। ਲੁੱਟਿਆ ਜਾਊਗਾ ਜੋ ਸਾਸ ਗਿਰਾਸ ਧਿਆਵੈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੇ ਮਾਇਆ ਇਕੱਠੀ ਕੀਤੀ ਰਾਜੇ ਹੰਕਾਰੀ ਹੋ ਗਏ, ਪਰ ਅੰਤ ਉਹਨਾਂ ਨੂੰ ਕੀ ਪ੍ਰਾਪਤ ਹੋਇਆ ਮਾਇਆ ਚੋਂ? ਕਹਿੰਦੇ ਮਾਇਆ ਸਾਥ ਨਾ ਚੱਲੈ ਪਿਆਰੀ। ਜਿਹੜੀ ਬੜੀ ਪਿਆਰੀ ਲੱਗਦੀ ਸੀ ਨਾ ਮਾਇਆ, ਜਿਹੜੇ ਪਦਾਰਥ ਬੜੇ ਪਿਆਰੇ ਲੱਗਦੇ ਸੀ, ਪਿਆਰ ਵਾਲੇ, ਉਹ ਨਾਲ ਨਹੀਂ ਗਈ। ਅੰਤ ਨੂੰ ਖਾਲੀ ਹੱਥ ਜਾਣਾ ਪਿਆ ਸੰਸਾਰ ਦੇ ਤਖਤੇ ਦੇ ਉੱਪਰੋਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਾਲ ਨਹੀਂ ਜਾਂਦੀ। ਮਾਇਆ ਮਮਤਾ ਹੈ ਬਹੁ ਰੰਗੀ। ਕਹਿੰਦੇ ਨੇ ਮਾਇਆ ਕੇਵਲ ਇਹ ਨਹੀਂ ਕਿ ਸੰਸਾਰ ਦੀ ਦੌਲਤ, ਕਹਿੰਦੇ ਨੇ ਮਾਇਆ ਬਹੁਤ ਰੰਗਾਂ ਦੀ ਹੈ। ਕਿਸੇ ਦੇ ਨਾਲ ਮੋਹ ਪੈ ਜਾਣਾ, ਮਮਤਾ ਪੈ ਜਾਣੀ, ਇਹ ਵੀ ਮਾਇਆ ਬਣ ਜਾਂਦੀ ਹੈ। ਜੇ ਅੰਮ੍ਰਿਤ ਵੇਲੇ ਆਲਸ ਆ ਗਿਆ, ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਨਿਤਨੇਮ ਨਹੀਂ ਕੀਤਾ ਗਿਆ, ਮਨ ਨੇ ਆਲਸ ਕਰ ਲਿਆ, ਤੇ ਫਿਰ ਆਲਸ ਵੀ ਮਾਇਆ ਬਣ ਜਾਂਦੀ ਹੈ। ਜੇ ਕਿਤੇ ਕਿਸੇ ਦੀ ਨਿੰਦਿਆ ਕਰ ਲਈ, ਜੇ ਕਿਤੇ ਕਿਸੇ ਦੇ ਪ੍ਰਤੀ ਕੋੜੇ ਬਚਨ ਕਰ ਦਿੱਤੇ ਗੁਰੂ ਕੇ ਸਿੱਖ ਨੇ, ਤੇ ਸੱਚ ਹੈ ਪਿਆਰਿਓ, ਇਹ ਵੀ ਮਾਇਆ ਬਣ ਜਾਂਦੀ ਹੈ। ਇਹ ਸਭ ਰੁਕਾਵਟਾਂ ਨੇ ਸਾਡੇ ਰਸਤੇ ਦੇ ਵਿੱਚ। ਗੁਰੂ ਅਤੇ ਗੁਰੂ ਦੇ ਸਿੱਖ ਦੇ ਵਿੱਚ ਇਹ ਵਿੱਥ ਹੈ ਕਿ ਜਦੋਂ ਗੁਰੂ ਕਾ ਸਿੱਖ ਅਗਿਆਨਤਾ ਵਿੱਚ ਪੈ ਜਾਂਦਾ, ਤੰਗ ਦਿਲੀ ਵਿੱਚ ਪੈ ਜਾਂਦਾ, ਨਿੰਦਿਆ ਚੁਗਲੀ ਵਿੱਚ ਪੈ ਜਾਂਦਾ, ਮਮਤਾ ਵਿੱਚ ਪੈ ਜਾਂਦਾ, ਖਾਲਸਾ ਜੀ, ਉਦੋਂ ਫਿਰ ਇਹ ਮਾਇਆ ਆਪਣਾ ਪ੍ਰਭਾਵ ਪਾ ਦਿੰਦੀ, ਇਹ ਗੁਰੂ ਕੇ ਸ਼ਬਦ ਤੋਂ ਦੂਰ ਹੋ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਲਿਓ ਬਿਨ ਨਾਵੈ ਕੋ ਸਾਥ ਨ ਸੰਗੀ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਸਹਾਈ ਨਹੀਂ ਹੁੰਦਾ, ਸਾਡੇ ਨਾਲ ਨਹੀਂ ਜਾਂਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ, ਗੁਰੂ ਦੇ ਸ਼ਬਦ ਦੀ ਵਿਚਾਰ ਜੇ ਗੁਰੂ ਕਾ ਸਿੱਖ ਕਰਕੇ ਆਪਣੇ ਜੀਵਨ ਦੇ ਵਿੱਚ ਕ੍ਰਾਂਤੀ ਲੈ ਆਵੇ, ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇ, ਤੇ ਸੱਚ ਹੈ ਗੁਰੂ ਦਾ ਨਾਮ, ਗੁਰੂ ਦੀ ਸਿੱਖਿਆ ਮਰਨ ਤੋਂ ਬਾਅਦ ਵੀ ਨਾਲ ਜਾਂਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਜਿਉ ਮਨ ਦੇਖੇ ਪਰ ਮਨ ਤੈਸਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਜਦੋਂ ਮਾਇਆ ਪ੍ਰਭਾਵ ਪਾਉਂਦੀ ਹੈ ਨਾ, ਤੇ ਇਨਸਾਨ ਦੀ ਇਹ ਹਾਲਤ ਬਣ ਜਾਂਦੀ ਹੈ ਕਿ ਜਿਹੋ ਜਿਹਾ ਇਹਦਾ ਆਪ ਦਾ ਮਨ ਹੁੰਦਾ, ਭਾਵ ਜੇ ਆਪ ਪਰਾਈ ਨਿੰਦਿਆ ਕਰਦਾ, ਪਰਾਈ ਚੁਗਲੀ ਕਰਦਾ, ਪਰਾਏ ਤਨ ਨੂੰ ਤੱਕਦਾ, ਪਰਾਏ ਧਨ ਨੂੰ ਤੱਕਦਾ, ਲੋਭੀ ਬਣ ਜਾਂਦਾ, ਲਾਲਚੀ ਬਣ ਜਾਂਦਾ, ਬਸ ਫਿਰ ਇਹ ਜਦੋਂ ਦੂਜਿਆਂ ਨੂੰ ਵੀ ਤੱਕਦਾ, ਇਹਨੂੰ ਫਿਰ ਲਾਲਚ ਹੀ ਚੇਤੇ ਆਉਂਦਾ। ਇਹ ਜਦੋਂ ਫਿਰ ਦੂਜਿਆਂ ਨੂੰ ਵੀ ਤੱਕਦਾ, ਇਹਨੂੰ ਨਿੰਦਿਆ ਹੀ ਚੇਤੇ ਆਉਂਦੀ, ਚੁਗਲੀ ਚੇਤੇ ਆਉਂਦੀ। ਕਿਉਂਕਿ ਆਪਾਂ ਕਈ ਵਾਰ ਦੇਖਦੇ ਹਾਂ ਨਾ, ਜਦੋਂ ਕਿਸੇ ਦੂਜੇ ਸੱਜਣ ਨੂੰ ਵੇਖੀਏ ਤੇ ਉਹਦੇ ਬਾਰੇ ਨਿੰਦਿਆ ਕਰਨ ਲੱਗਦੇ ਕਿ ਸੱਜਣ ਚੰਗਾ ਨਹੀਂ, ਦਾ ਸੁਭਾਵ ਨਹੀਂ ਚੰਗਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਧ ਬੁਰਾ ਤੇ ਮੈਂ ਖੁਦ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਿਫਤੋ ਸਲਾਹ ਵੀ ਜਦੋਂ ਕੀਤੀ, ਤੇ ਭੱਟ ਸਾਹਿਬਾਨਾਂ ਨੇ ਵੀ ਇਹ ਕਿਹਾ ਕਿ ਦੂਜਿਆਂ ਵਿੱਚ ਤੇ ਕਿਤੇ ਇੱਕ ਅੱਧਾ ਅਵਗੁਣ ਹੋਵੇਗਾ, ਪਰ ਮੇਰੇ ਵਿੱਚ ਤੇ ਅਵਗੁਣਾਂ ਦੀ ਪੰਡ ਭਰੀ ਪਈ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਸੋ ਜੋ ਸਾਡੇ ਮਨ ਦੀ ਹਾਲਾਤ ਬਣ ਜਾਂਦੇ ਨੇ, ਜੋ ਸਾਡੇ ਮਨ ਦਾ ਹਾਲ ਹੋ ਜਾਂਦਾ ਹੈ, ਇਹ ਬੰਦਾ ਵੀ ਇਹਨਾਂ ਨੇਤਰਾਂ ਦੇ ਨਾਲ ਫਿਰ ਉਹੀ ਤੱਕਦਾ। ਜੋ ਅੰਦਰ ਭਾਂਡੇ ਦੇ ਵਿੱਚ ਪਿਆ ਹੋਵੇਗਾ, ਜੇ ਅੰਦਰ ਨਾਮ ਹੋਵੇਗਾ ਤੇ ਬਾਹਰਲੇ ਸੱਜਣਾ ਦੇ ਨਾਲ ਬੈਠ ਕਰਕੇ ਵੀ ਗੁਰੂ ਨੂੰ ਚੇਤੇ ਕਰੇਗਾ। ਜੇ ਅੰਦਰ ਨਿੰਦਿਆ ਚੁਗਲੀ ਹੋਵੇਗੀ ਤੇ ਫਿਰ ਇਹ ਬਾਹਰ ਵੀ ਸੰਗੀਆਂ ਸਾਥੀਆਂ ਦੇ ਨਾਲ ਬੈਠ ਕਰਕੇ ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਉਲਝ ਜਾਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਜੈਸੀ ਮਨਸਾ ਤੈਸੀ ਦਸਾ। ਕਹਿੰਦੇ ਜਿਹੋ ਜੀ ਅੰਦਰ ਦੀ ਇੱਛਾ ਹੁੰਦੀ ਹੈ, ਜਿਹੋ ਜੀ ਅੰਦਰ ਦੀ ਆਸ ਹੁੰਦੀ ਹੈ, ਸੋਚਣੀ ਹੁੰਦੀ ਹੈ, ਖਿਆਲ ਹੁੰਦੇ ਨੇ, ਬਸ ਉਹੋ ਜਿਹੀ ਇਸ ਬੰਦੇ ਦੇ ਹਾਲਾਤ ਬਣ ਜਾਂਦੇ ਨੇ। ਜੇ ਅੰਦਰ ਦੁੱਖ ਹੈ ਤੇ ਬਾਹਰ ਵੀ ਦੁੱਖ ਹੀ ਮਿਲੇਗਾ। ਜਦੋਂ ਤੱਕ ਨਿੱਜ ਘਰ ਦੇ ਵਿੱਚ ਸੁੱਖ ਦਾ ਵਾਸਾ ਨਾ ਹੋਵੇ, ਬਾਹਰ ਸੁੱਖ ਨਹੀਂ ਮਿਲ ਸਕਦਾ। ਪਰਾਈ ਨਿੰਦਿਆ, ਪਰਾਇਆ ਤਨ, ਪਰਾਇਆ ਧਨ ਦੁੱਖ ਹੀ ਹੈ ਖਾਲਸਾ ਜੀ। ਇਸੇ ਕਰਕੇ ਜੀਵਨ ਦੇ ਵਿੱਚ ਬਾਹਰੋਂ ਵੀ ਦੁੱਖ ਹੀ ਮਿਲਦੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਹਮੇਸ਼ਾ ਹੋਕਾ ਦਿੰਦੀ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜੇ ਘਰ ਦੇ ਵਿੱਚ ਨਾਮ ਦਾ ਸੁੱਖ ਵਸ ਜਾਵੇ
ਤੇ ਸੱਚ ਹੈ, ਬਾਹਰ ਜਦੋਂ ਗੁਰੂ ਕਾ ਸਿੱਖ ਜੀਵਨ ਦੇ ਵਿੱਚ ਵਿਚਰੇਗਾ ਤਾਂ ਵੀ ਕਦੇ ਦੁੱਖ ਨਹੀਂ ਮਿਲੇਗਾ, ਸਦਾ ਸੁੱਖ ਹੀ ਮਿਲੇਗਾ। ਕਿਉਂਕਿ ਜਿਨ੍ਹਾਂ ਨੇ ਘਰ ਤੋਂ ਹੀ ਗੁਰੂ ਨੂੰ ਚੇਤੇ ਕਰਕੇ ਨਿਕਲਣਾ, ਫਿਰ ਜਦੋਂ ਕਾਰੋਬਾਰ ਤੇ ਵੀ ਜਾਣਗੇ, ਕੰਮਾਂ ਕਾਰਾਂ 'ਚ ਵੀ ਜਾਣਗੇ, ਦਫ਼ਤਰ ਵੀ ਜਾਣਗੇ, ਤੇ ਪਿਆਰ ਵਾਲਿਓ ਕਾਰੋਬਾਰ ਕਰਦੇ ਹੋਏ ਵੀ, ਕੰਮਕਾਰ ਕਰਦੇ ਹੋਏ ਵੀ ਗੁਰੂ ਨਾਨਕ ਸਾਹਿਬ ਦੀ ਕਲਾ ਵਰਤੇਗੀ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਕਮਾਵਾਂਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜੈਸਾ ਕਰਮ ਤੈਸੀ ਲਿਵ ਲਾਵੈ। ਕਹਿੰਦੇ ਨੇ ਜਿਹੋ ਜੇ ਕਰਮ ਕਮਾਉਂਦਾ ਬਸ ਉਧਰ ਹੀ ਦੇ ਮਨ ਦੇ ਖਿਆਲ ਹੋ ਜਾਂਦੇ ਨੇ। ਭਾਵ ਜੋ ਬੰਦਾ ਕਰਨਾ ਚਾਹੁੰਦਾ, ਜੋ ਬੰਦਾ ਆਪਣੇ ਮਨ ਦੇ ਵਿੱਚ ਸੋਚਦਾ, ਉਹੀ ਜੀਵਨ ਦੇ ਵਿੱਚ ਕਰਮ ਕਮਾਉਂਦਾ। ਕਈ ਵਾਰ ਆਪਾਂ ਵੇਖਦੇ ਹਾਂ ਕਿ ਸੁਭਾਵਕ ਹੀ ਕਹਿ ਦਿੰਦੇ ਕਿ ਨਿਤਨੇਮ ਨਹੀਂ ਹੁੰਦਾ। ਪਿਆਰ ਵਾਲਿਓ, ਨਿਤਨੇਮ ਤੇ ਹੁੰਦਾ, ਅਸੀਂ ਨਿਤਨੇਮ ਕਰਨਾ ਨਹੀਂ ਚਾਹੁੰਦੇ। ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਅੰਮ੍ਰਿਤ ਵੇਲੇ ਉੱਠਿਆ ਜਾਂਦਾ ਪਰ ਅਸੀਂ ਉੱਠਣਾ ਨਹੀਂ ਚਾਹੁੰਦੇ। ਇੱਕ ਮਹਾਂਪੁਰਖਾਂ ਦੇ ਕੋਲ ਕੋਈ ਸੱਜਣ ਗਿਆ ਬਾਬਾ ਖੜਕ ਸਿੰਘ ਜੀ ਪਾਸ, ਕਹਿਣ ਲੱਗਾ, ਮਹਾਂਪੁਰਖੋ ਆਲਸ ਬੜਾ, ਨੀਂਦ ਬਹੁਤ ਆਉਂਦੀ ਆ, ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਨੀਂਦ ਛੱਡਦੀ ਨਹੀਂ, ਆਲਸ ਛੱਡਦਾ ਨਹੀਂ, ਪਰਾਈ ਨਿੰਦਿਆ ਛੱਡਦੀ ਨਹੀਂ, ਲਾਲਚ ਨਹੀਂ ਛੱਡਦਾ, ਵਿਸ਼ੇ ਵਕਾਰ ਨਹੀਂ ਛੱਡਦੇ। ਮਹਾਂਪੁਰਖਾਂ ਕੋਈ ਜਵਾਬ ਨਾ ਦਿੱਤਾ। ਜਾ ਕਰਕੇ ਰੁੱਖ ਨੂੰ ਜੱਫਾ ਪਾ ਲਿਆ। ਕਹਿਣ ਲੱਗੇ, ਭਾਈ ਗੁਰਮੁਖਾ, ਇਸ ਰੁੱਖ ਨੇ ਮੈਨੂੰ ਜੱਫਾ ਪਾਇਆ ਹੋਇਆ, ਛੇਤੀ ਕਰ ਇਸ ਰੁੱਖ ਤੋਂ ਮੈਨੂੰ ਛਡਾ, ਇਹ ਰੁੱਖ ਮੈਨੂੰ ਛੱਡ ਨਹੀਂ ਰਿਹਾ। ਉਹ ਕਹਿਣ ਲੱਗਾ, ਮਹਾਂਪੁਰਖੋ ਰੁੱਖ ਨੇ ਤੁਹਾਨੂੰ ਨਹੀਂ ਪਕੜਿਆ, ਤੁਸਾਂ ਰੁੱਖ ਨੂੰ ਪਕੜਿਆ। ਉਹ ਕਹਿਣ ਲੱਗੇ, ਬਸ ਇਹੀ ਗੱਲ ਸਮਝਾਉਣੀ ਹੈ ਕਿ ਆਲਸ ਨੇ, ਨਿੰਦਿਆ ਨੇ, ਚੁਗਲੀ ਨੇ ਤੈਨੂੰ ਨਹੀਂ ਪਕੜਿਆ, ਤੂੰ ਹੀ ਆਲਸ, ਨਿੰਦਿਆ, ਚੁਗਲੀ ਨੂੰ ਪਕੜਿਆ। ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਨੂੰ ਜਾਗ ਗੁਰੂ ਸਾਹਿਬ ਦਿਵਾਉਂਦੇ ਨੇ, ਪਰ ਫਿਰ ਵੀ ਆਲਸ ਹਮਲਾ ਕਰਕੇ ਇਸ ਨੂੰ ਸਵਾ ਦਿੰਦਾ। ਇਹ ਅੰਮ੍ਰਿਤ ਵੇਲੇ ਤੋਂ, ਨਿਤਨੇਮ ਤੋਂ ਟੁੱਟ ਜਾਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੋ ਇਹ ਕਰਨਾ ਚਾਹੁੰਦਾ ਉਧਰ ਹੀ ਇਹਦੇ ਮਨ ਦੇ ਖਿਆਲ ਵੀ ਜਾਂਦੇ ਨੇ। ਉਹੋ ਜਿਹੀ ਕਰਮ ਇਹ ਜੀਵਨ ਦੇ ਵਿੱਚ ਕਮਾਉਂਦਾ ਹੈ। ਇਸ ਕਰਕੇ ਇੱਕ ਯਤਨ ਕਰੀਏ ਕਿ ਸਤਿਗੁਰ ਪੂਛ ਸਹਿਜ ਕਰ ਪਾਵੈ। ਕਹਿੰਦੇ ਸਤਿਗੁਰੂ ਨੂੰ ਉਪਾਅ ਪੁੱਛੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੀਏ, ਕਿਸ ਪੇ ਕਰੋ ਜਹਾਰ ਬੇਨਤੀ, ਬਿਨਾ ਸਾਮ ਜਗਮਾਏ। ਮਹਾ ਭਿਆਨ ਕਠਿਨ ਭਵ ਸਾਗਰ, ਹਰ ਬਿਨ ਤਰਨ ਨਹੀਂ ਕਤ ਜਾਏ। ਸੰਸਾਰ ਦਾ ਭਵ ਸਾਗਰ ਬੜਾ ਭਿਆਨਕ ਹੈ, ਬੜਾ ਕਠਿਨ ਹੈ। ਸਤਿਗੁਰੂ ਜੀ, ਤਰਿਆ ਨਹੀਂ ਜਾਣਾ ਜਦੋਂ ਤੱਕ ਤੁਹਾਡਾ ਪੱਲਾ ਨਾ ਫੜਿਆ। ਮਹਾਰਾਜ, ਨਹੀਂ ਤਰਿਆ ਜਾਣਾ ਜਦੋਂ ਤੱਕ ਬਾਣੀ ਦਾ ਅਭਿਆਸ, ਨਿਤਨੇਮ, ਵਾਹਿਗੁਰੂ ਗੁਰਮੰਤਰ ਨਾ ਸ਼ੁਰੂ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਸਤਿਗੁਰੂ ਨੂੰ ਪੁੱਛਾਂਗੇ ਨਾ ਜਦੋਂ, ਫਿਰ ਪਿਆਰ ਵਾਲਿਓ ਸਹਿਜ ਪਦ ਦੀ ਪ੍ਰਾਪਤੀ ਹੋਵੇਗੀ। ਫਿਰ ਉਸ ਪਦ ਦੀ ਪ੍ਰਾਪਤੀ ਹੋਵੇਗੀ, ਉਸ ਅਵਸਥਾ ਦੀ ਪ੍ਰਾਪਤੀ ਹੋਵੇਗੀ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਿ ਹਰ ਪਲ ਇਹਦੇ ਰਸਨਾ ਦੇ ਉੱਤੇ ਵਾਹਿਗੁਰੂ ਗੁਰਮੰਤਰ ਦਾ ਨਾਮ ਟਿਕ ਜਾਵੇਗਾ। ਹਿਰਦੇ ਦੇ ਅੰਤਰ ਮੂਲ ਮੰਤਰ ਦਾ ਅਭਿਆਸ ਟਿਕ ਜਾਵੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗੇ ਕਿ ਰਾਗ ਨਾਦ ਮਨ ਦੂਜੈ ਭਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਗੁਰੂ ਨੂੰ ਪੁੱਛ ਕੇ ਅੰਦਰ ਸਹਿਜ ਪਦ ਜ਼ਰੂਰ ਮਿਲਦਾ, ਨਾਮ ਜ਼ਰੂਰ ਟਿਕਦਾ, ਪਰ ਜਦੋਂ ਬੰਦਾ ਸੰਸਾਰ ਦੇ ਰੰਗ ਤਮਾਸ਼ੇ ਵੇਖਦਾ ਹੈ, ਸੰਸਾਰ ਦੇ ਗੀਤ ਨਾਦ ਸੁਣਦਾ ਹੈ, ਸਾਕਤ ਗੀਤ ਸੁਣਦਾ ਹੈ, ਭੈੜੇ ਗੀਤ ਸੁਣਦਾ ਹੈ, ਭੈੜੀਆਂ ਬਾਤਾਂ ਸੁਣਦਾ ਹੈ, ਫਿਰ ਇਹਦਾ ਮਨ ਦੁਬਿਧਾ ਵਿੱਚ ਪੈ ਜਾਂਦਾ। ਇਹਦਾ ਮਨ ਗੁਰੂ ਤੇ ਭਾਵਨਾ ਨਹੀਂ ਰੱਖ ਸਕਦਾ। ਵੇਖੋ, ਇਹ ਸੱਚ ਹੈ ਕਿ ਸ਼ੁਰੂ ਤੋਂ ਹੀ ਸੰਸਾਰ ਤੇ ਸੰਗੀਤ ਪ੍ਰਧਾਨ ਰਿਹਾ। ਸੰਗੀਤ ਨੇ ਜਾਨਵਰਾਂ ਤੱਕ ਨੂੰ ਵੀ ਮੋਹਿਤ ਕਰ ਲਿਆ, ਇਨਸਾਨ ਤੇ ਬਹੁਤ ਦੂਰ ਦੀ ਬਾਤ। ਇਨਸਾਨ ਨੂੰ ਮੋਹਿਤ ਕੀਤਾ, ਜਾਨਵਰਾਂ ਨੂੰ ਮੋਹਿਤ ਕੀਤਾ, ਕੁਦਰਤ ਨੂੰ ਵੀ ਮੋਹਿਤ ਕੀਤਾ ਸੰਗੀਤ ਨੇ। ਪਰ ਸੰਗੀਤ ਦੀ ਦੁਰਵਰਤੋਂ ਹੋਣ ਲੱਗ ਪਈ। ਸੰਗੀਤ ਦੀ ਦੁਰਵਰਤੋਂ ਹੋ ਗਈ ਮਨ ਦੇ ਮਨੋਰੰਜਨ ਵਾਸਤੇ। ਰਾਗ ਹੋਈ ਸੀ, ਪਰ ਰਾਗ ਦੀਆਂ ਧੁਨਾਂ ਦੇ ਉੱਤੇ ਭੈੜੇ ਬੋਲ ਆਉਣ ਲੱਗ ਪਏ। ਤੇ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਗ ਦੀਆਂ ਧੁਨਾਂ ਦੇ ਉੱਤੇ ਧੁਰ ਕੀ ਬਾਣੀ ਟਿਕਾ ਦਿੱਤੀ ਕਿ ਜਦੋਂ ਗੁਰੂ ਕਾ ਸਿੱਖ ਸੰਗੀਤ ਦੇ ਨਾਲ ਗੁਰੂ ਕੀ ਬਾਣੀ ਗਾਏਗਾ ਤੇ ਸੱਚ ਹੈ, ਫਿਰ ਇਹਦੇ ਅੰਦਰ ਗੁਰੂ ਕੀ ਕਲਾ ਵਰਤੇਗੀ। ਜਦੋਂ ਰਾਮਖੜੀ ਰਾਗ ਦੇ ਵਿੱਚ ਰੋਜ਼ਾਨਾ ਗਾਇਆ ਕਰੇਗਾ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਜਦੋਂ ਰੋਜ਼ਾਨਾ ਮਨ ਨੂੰ ਗਾ ਗਾ ਕੇ ਸੁਣਾਏਗਾ ਨਾ ਰਾਗ, ਗੁਰੂ ਵੱਲੋਂ ਬਖਸ਼ੇ ਰਾਗ ਦੇ ਨਾਲ, ਤੇ ਇੱਕ ਦਿਨ ਮਨ ਜ਼ਰੂਰ ਗੁਰੂ ਦੇ ਨਾਲ ਜੁੜ ਜਾਵੇਗਾ। ਤੇ ਜਿੱਦਣ ਮਨ ਗੁਰੂ ਦੇ ਨਾਲ ਜੁੜ ਗਿਆ, ਖਾਲਸਾ ਜੀ ਉਦਣ ਸਾਰੇ ਦੁੱਖ ਆਪਣੇ ਆਪ ਹੀ ਵਿਸਰ ਜਾਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਅੰਤਰ ਕਪਟ ਮਹਾ ਦੁਖ ਪਾਏ। ਕਹਿੰਦੇ ਜੇ ਇਸ ਦਰ ਤੇ ਆ ਕਰਕੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਆ ਕਰਕੇ ਵੀ ਅੰਦਰ ਚਲਾਕੀ ਰਹੀ, ਅੰਦਰ ਕਪਟ ਰਿਹਾ, ਤੇ ਸੱਚ ਹੈ ਫਿਰ ਜੀਵਨ ਦੇ ਵਿੱਚ ਦਰ ਤੋਂ ਝੋਲੀ ਦੇ ਵਿੱਚ ਸੁੱਖ ਨਹੀਂ ਮਿਲਦੇ, ਬਖਸ਼ਿਸ਼ਾਂ ਨਹੀਂ ਮਿਲਦੀਆਂ, ਰਹਿਮਤਾਂ ਨਹੀਂ ਮਿਲਦੀਆਂ। ਵੈਸੇ ਬੰਦਾ ਇਸ ਦਰ ਤੇ ਆ ਕੇ ਕਪਟ ਕਮਾ ਨਹੀਂ ਸਕਦਾ, ਪਰ ਅਗਿਆਨਤਾ ਦਾ ਪਰਦਾ ਐਸਾ ਪੈਂਦਾ ਹੈ ਕਿ ਇਹਨੂੰ ਲੱਗਦਾ ਸ਼ਾਇਦ ਮੈਂ ਆਪਣੇ ਗੁਨਾਹ ਪਰਮਾਤਮਾ ਕੋਲੋਂ ਲੁਕਾ ਸਕਦਾ, ਖੁਦਾ ਕੋਲੋਂ ਛੁਪਾ ਸਕਦਾ। ਪਰ ਸਤਿਗੁਰੂ ਕਹਿੰਦੇ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਹਰ ਪਲ ਉਹ ਤੈਨੂੰ ਵੇਖ ਰਿਹਾ, ਤੈਨੂੰ ਤੱਕ ਰਿਹਾ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੈਭੂਤੇ। ਸਤਿਗੁਰੂ ਕਹਿੰਦੇ ਜੇ ਇੱਥੇ ਆ ਕੇ ਵੀ ਕਪਟ ਕਮਾਈ ਗਿਆ ਤੇ ਦੁੱਖਾਂ ਦੀ ਪ੍ਰਾਪਤੀ ਹੋਏਗੀ, ਸੁੱਖ ਨਹੀਂ ਮਿਲੇਗਾ। ਸੁੱਖ ਤਾਂ ਮਿਲਦਾ ਹੈ ਜੇ ਕਿਤੇ ਗੁਰੂ ਬਖਸ਼ਿਸ਼ ਕਰ ਦਵੇ, ਗੁਰੂ ਸੋਝੀ ਬਖਸ਼ ਦਵੇ। ਸਤਿਗੁਰ ਭੇਟੈ ਸੋਝੀ ਪਾਏ। ਕਹਿੰਦੇ ਨੇ ਇੱਥੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸਰਨ ਗਹੀ ਕਿਰਪਾ ਨੇ ਤੇਰੀ। ਕਿਉਂਕਿ ਜੇ ਸਤਿਗੁਰ ਕਿਰਪਾ ਕਰ ਦੇਣ, ਗੁਰੂ ਸਾਹਿਬ ਬਖਸ਼ਿਸ਼ ਕਰ ਦੇਣ, ਤੇ ਨਿਜ ਘਰ ਦੀ ਸੋਝੀ ਹੋ ਜਾਂਦੀ ਹੈ। ਸੋਝੀ ਹੋ ਜਾਂਦੀ ਹੈ ਕਿ ਕਿਹੜੇ ਕਾਰਜ ਕਰਕੇ ਮੈਂ ਸੰਸਾਰ ਦੇ ਤਖਤੇ ਤੇ ਜਨਮ ਲਿਆ, ਕਿਹੜੇ ਕਾਰਜ ਕਰਕੇ ਮੈਂ ਗੁਰੂ ਘਰ ਆਇਆ, ਕਿਹੜੇ ਕਾਰਜ ਕਰਕੇ ਮੈਂ ਗੁਰੂ ਘਰ ਸੇਵਾ ਕਰ ਰਿਹਾ। ਤੇ ਜਦੋਂ ਸੋਝੀ ਹੋ ਜਾਵੇ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਇਨਸਾਨ ਨੂੰ ਸੋਝੀ ਹੋ ਜਾਵੇ, ਸੱਚੈ ਨਾਮ ਰਹਿ ਲਿਵ ਲਾਏ। ਕਹਿੰਦੇ ਫਿਰ ਉਹ ਸੱਚੇ ਨਾਮ ਦੇ ਵਿੱਚ ਇਹ ਗੁਰੂ ਕਾ ਸਿੱਖ, ਸੰਸਾਰ ਦਾ ਇਨਸਾਨ ਨਾਮ ਦੇ ਵਿੱਚ ਸੁਰਤ ਜੋੜਨ ਲੱਗ ਜਾਂਦਾ। ਪਿਆਰ ਵਾਲਿਓ, ਸੋਝੀ ਹੋਣੀ ਬੜੀ ਔਖੀ ਬਾਤ ਹੈ। ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਮਨ ਨੂੰ ਕੋਈ ਚੋਟ ਨਾ ਲੱਗੇ, ਜਦੋਂ ਤੱਕ ਮਨ ਦੇ ਸਾਹਮਣੇ ਨਾ ਤਾਂ ਮੌਤ ਚੇਤੇ ਆਵੇ ਤੇ ਨਾ ਹੀ ਸੰਸਾਰ ਦੇ ਬੂਹੇ ਬੰਦ ਹੁੰਦੇ ਹੋਏ ਨਜ਼ਰ ਆਉਣ। ਰੱਬ ਦਾ ਘਰ ਉਦੋਂ ਹੀ ਨਜ਼ਰ ਆਉਂਦਾ ਜਦੋਂ ਸਾਰੇ ਘਰਾਂ ਦੇ ਬੂਹੇ ਬੰਦ ਹੋ ਜਾਣ। ਰੱਬ ਦਾ ਨਾਮ ਉਦੋਂ ਹੀ ਚੇਤੇ ਵਿੱਚ ਆਉਂਦਾ ਜਦੋਂ ਸਾਹਮਣੇ ਮੌਤ ਨਜ਼ਰ ਆਵੇ, ਸਾਹਮਣੇ ਤਕਲੀਫ ਨਜ਼ਰ ਆਵੇ। ਸੋ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਰੋਜ਼ਾਨਾ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਕਿਉਂਕਿ ਆਪਾਂ ਰੋਜ਼ਾਨਾ ਅਰਦਾਸ 'ਚ ਮੰਗਦੇ ਹੀ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਰੋਜ਼ਾਨਾ ਨਾਮ ਦੀ ਦਾਤ ਗੁਰੂ ਚਰਨਾਂ ਤੋਂ ਮੰਗਦੇ ਹਾਂ। ਸਤਿਗੁਰੂ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਸੋਝੀ ਕਰਾ ਦੇਵੇ ਨਾ, ਤੇ ਨਾਮ ਦੇ ਵਿੱਚ ਸੁਰਤ ਜੋੜ ਜਾਵੇ, ਤੇ ਸੱਚ ਹੈ ਫਿਰ ਸ਼ਬਦ ਦੀ ਕਮਾਈ ਦਾ ਸਦਕਾ। ਸੱਚੈ ਸ਼ਬਦ ਸੱਚ ਕਮਾਵੈ। ਸੱਚੇ ਸ਼ਬਦ ਦੀ ਸਿੱਖਿਆ ਦਾ ਸਦਕਾ ਜਿਹੜਾ ਬੰਦਾ ਹਮੇਸ਼ਾ ਕੂੜ ਕਮਾ ਰਿਹਾ ਸੀ, ਝੂਠ ਕਮਾ ਰਿਹਾ ਸੀ, ਇਹ ਫਿਰ ਚੰਗੇ ਗੁਣਾਂ ਨੂੰ ਕਮਾਉਣਾ ਸ਼ੁਰੂ ਕਰ ਦਿੰਦਾ। ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ, ਅਵਗੁਣ ਧੋਵੈ। ਸੰਗਤ ਦੀ ਘੜੀਆਂ ਦੇ ਵਿੱਚ ਆ ਕੇ ਬੰਦਾ ਚੰਗੇ ਕਰਮ ਕਮਾਉਣ ਲੱਗ ਪੈਂਦਾ। ਚੰਗੇ ਕਰਮ ਕਿਸ ਤਰ੍ਹਾਂ ਕਮਾਉਂਦਾ? ਕਹਿੰਦੇ ਸੱਚੀ ਬਾਣੀ ਹਰ ਗੁਣ ਗਾਵੈ। ਇਸ ਸੱਚੀ ਬਾਣੀ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਨਮਸਕਾਰ ਕਰਦਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਰੋਜ਼ਾਨਾ ਉਹਦੇ ਗੁਣ ਗਾਉਂਦਾ ਕਿ ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੋਜ਼ਾਨਾ ਪਰਮਾਤਮਾ ਦੇ ਗੁਣ ਗਾਉਂਦਾ। ਜਲੇ ਹੈ ਥਲੇ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰਦਾ। ਤੇ ਜਦੋਂ ਇਸ ਤਰ੍ਹਾਂ ਬਾਣੀ ਦੇ ਅਭਿਆਸ ਰਾਹੀਂ ਪਰਮਾਤਮਾ ਦੇ ਗੁਣ ਗਾਉਂਦਾ, ਸਤਿਗੁਰੂ ਕਹਿੰਦੇ ਨਿਜ ਘਰ ਵਾਸ ਅਮਰ ਪਦ ਪਾਵੈ। ਫਿਰ ਕਹਿੰਦੇ ਜਿਹੜਾ ਨਿਜ ਘਰ ਗਵਾਚ ਚੁੱਕਿਆ ਸੀ ਨਾ, ਜਿਹੜਾ ਨਿਜ ਘਰ ਦੀ ਪਹਿਚਾਣ ਇਸ ਮਨੁੱਖ ਨੂੰ ਭੁੱਲ ਚੁੱਕੀ ਸੀ, ਕਹਿੰਦੇ ਨੇ ਇਸ ਰੂਹ ਦਾ, ਇਸ ਜੀਵ ਦਾ
ਇਸ ਜੀਵ ਆਤਮਾ ਦਾ ਉਸ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਤੇ ਇਹ ਅਮਰ ਪਦ ਦੀ ਪ੍ਰਾਪਤੀ ਤੇ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਜਦੋਂ ਨਾਮ ਦਾ ਅੰਮ੍ਰਿਤ ਮਿਲ ਜਾਵੇ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਪੀਵੈ ਸੋ ਜੀਵੈ, ਜਿਹਨੂੰ ਨਾਮ ਦਾ ਅੰਮ੍ਰਿਤ ਮਿਲ ਜਾਵੇ ਉਹੀ ਖਾਲਸਾ ਜੀ ਅਮਰ ਪਦ ਨੂੰ ਪ੍ਰਾਪਤ ਕਰਦਾ ਹੈ। ਤੇ ਜਦੋਂ ਅਮਰ ਪਦ ਦੀ ਪ੍ਰਾਪਤੀ ਹੋਵੇ, ਨਿਜ ਘਰ ਦੇ ਵਿੱਚ ਵਾਸਾ ਹੋਵੇ, ਤੇ ਸਤਿਗੁਰੂ ਕਹਿੰਦੇ ਤਾਂ ਦਰ ਸਾਚੈ ਸੋਭਾ ਪਾਵੈ। ਸੰਸਾਰ ਦੀ ਸੋਭਾ ਵਾਸਤੇ ਮਨੁੱਖ ਭੱਜਿਆ ਫਿਰਦਾ, ਸੰਸਾਰ ਦੀ ਸ਼ੋਹਰਤ ਵਾਸਤੇ, ਮਾਨ ਸਨਮਾਨ ਵਾਸਤੇ ਵੱਖੋ ਵੱਖਰੇ ਉਪਾਅ ਕਰਦਾ, ਕਦੇ ਕਿਹਦੇ ਨਾਲ ਪਹਿਚਾਣ ਬਣਾਉਂਦਾ, ਕਦੇ ਕਿਹਦੇ ਨਾਲ ਪਹਿਚਾਣ ਬਣਾਉਂਦਾ, ਵੱਡੇ ਤੋਂ ਵੱਡੇ ਅਹੁਦੇਦਾਰ ਨਾਲ ਪਹਿਚਾਣ ਬਣਾਉਂਦਾ ਕਿ ਇਲਾਕੇ ਦੇ ਵਿੱਚ ਮੇਰੀ ਸੋਭਾ ਹੋਵੇ, ਇਲਾਕੇ ਵਿੱਚ ਮੇਰਾ ਮਾਨ ਸਨਮਾਨ ਹੋਵੇ। ਸਤਿਗੁਰੂ ਕਹਿੰਦੇ ਤੇ ਝੂਠੇ ਸੋਭੇ ਨੇ, ਬਿਨ ਨਾਵੈ ਸੋਭ ਨਾ ਹੋਈ। ਮਾਇਆ ਕੀ ਸੋਭਾ 4 ਦਿਹਾੜੇ, ਇਹ ਤੇ 4 ਕੇ ਦਿਨਾਂ ਦੀ ਸੋਭਾ ਹੈ। ਤੂੰ ਪਰਮਾਤਮਾ ਦੇ ਨਾਮ ਨੂੰ ਗਲਵੱਕੜੀ ਪਾ, ਸੱਚੀ ਬਾਣੀ ਦਾ ਅਭਿਆਸ ਕਰ, ਗੁਰ ਸ਼ਬਦ ਦੀ ਵਿਚਾਰ ਕਰਕੇ ਗੁਰ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਕਮਾ, ਗੁਰਮੰਤਰ ਦਾ ਅਭਿਆਸ ਕਰ, ਤਾਂ ਉਸ ਪਰਮਾਤਮਾ ਦੇ ਦਰੋਂ ਘਰੋਂ ਸੱਚੀ ਸੋਭਾ ਤੈਨੂੰ ਪ੍ਰਾਪਤ ਹੋਵੇਗੀ। ਪਰ ਉਦੋਂ ਤੱਕ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤੱਕ ਸਾਡੇ ਕੋਲ ਅਭਿਆਸ ਨਹੀਂ, ਭਗਤੀ ਨਹੀਂ, ਇਬਾਦਤ ਨਹੀਂ, ਬੰਦਗੀ ਨਹੀਂ। ਤੇ ਬੰਦਗੀ ਉਦੋਂ ਗੁਰੂ ਕੇ ਸਿੱਖ ਨੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਦੀ ਹੈ ਜਦੋਂ ਇਹ ਸੇਵਾ ਕਮਾਉਂਦਾ, ਗੁਰੂ ਦੀ ਸੇਵਾ ਕਰਦਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ। ਕਿਉਂਕਿ ਗੁਰੂ ਦੀ ਸੇਵਾ ਤੋਂ ਬਿਨਾਂ ਖਾਲਸਾ ਜੀ ਨਾਮ ਦੀ ਪ੍ਰਾਪਤੀ ਨਹੀਂ। ਗੁਰ ਸੇਵਾ ਬਿਨ ਭਗਤ ਨਾ ਹੋਈ। ਗੁਰੂ ਦੀ ਸੇਵਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਕਿਉਂਕਿ ਜਦੋਂ ਤੱਕ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਤੇ ਨਹੀਂ ਤੁਰੇਗਾ, ਆਪਣੇ ਮਨ ਨੂੰ ਮਾੜੇ ਕਰਮਾਂ ਵੱਲੋਂ ਰੋਕੇਗਾ ਨਹੀਂ, ਗੁਨਾਹ ਕਰਨ ਤੋਂ ਮਨ ਨੂੰ ਰੋਕੇਗਾ ਨਹੀਂ, ਮਨ ਨੂੰ ਸੁਚੱਜੇ ਮਾਰਗ ਤੇ ਤੋਰੇਗਾ ਨਹੀਂ, ਉਦੋਂ ਤੱਕ ਇਹਨੂੰ ਭਗਤੀ ਦੀ, ਇਬਾਦਤ ਦੀ, ਬੰਦਗੀ ਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ। ਭਾਵੇਂ ਅਨੇਕ ਯਤਨ ਕਰੈ ਜੇ ਕੋਈ, ਭਾਵੇਂ ਲੱਖਾਂ ਹੀ ਯਤਨ ਕਰਦਾ ਰਹੇ। ਕਈਆਂ ਨੇ ਘਰ-ਬਾਰ ਛੱਡੇ, ਸਰੀਰਾਂ ਤੇ ਸਵਾਹਾਂ ਮਲੀਆਂ, ਕਈਆਂ ਨੇ ਜਾ ਕਰਕੇ ਜੰਗਲਾਂ ਦੇ ਵਿੱਚ ਜਾ ਕਰਕੇ ਕਠਨ ਤਪ ਕੀਤੇ, ਪਰ ਪਿਆਰਿਓ ਭਗਤੀ ਨਾ ਹੋਈ, ਇਬਾਦਤ ਨਾ ਹੋਈ, ਰੱਬ ਦੀ ਪ੍ਰਾਪਤੀ ਨਾ ਹੋਈ। ਇਹ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸੰਸਾਰ ਦੇ ਤਖਤੇ ਤੇ ਪ੍ਰਗਟ ਹੋ ਕੇ ਇਨਸਾਨ ਨੂੰ ਸਚਿਆਰ ਬਣਾ ਦਿੱਤਾ, ਪਰਮਾਤਮਾ ਦਾ ਪਿਆਰਾ ਬਣਾ ਦਿੱਤਾ। ਇਸੇ ਕਰਕੇ ਹੀ ਕਲਗੀਧਰ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾ, ਪੂਰਬ ਜੋਤ ਪਠੈ ਦੇ ਆਇਸ, ਤੇ ਸਭ ਆਪਨ ਮਤ ਉਰਜਾਨਾ। ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਤਨੇ ਵੀ ਆਏ ਉਹ ਆਪਣੇ ਮਤ ਵਿੱਚ ਉਲਝ ਗਏ, ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸੰਸਾਰ ਦੇ ਬੰਦੇ ਨੂੰ ਸੁਚੱਜਾ ਮਾਰਗ ਦੱਸ ਦਿੱਤਾ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਿੱਧੇ ਰਾਹੇ ਪਾ ਦਿੱਤਾ। ਸਤਿਗੁਰੂ ਕਹਿੰਦੇ ਸ਼ਬਦ ਕਮਾ, ਬਾਣੀ ਦਾ ਅਭਿਆਸ ਕਰ, ਬਾਣੀ ਦੇ ਅਭਿਆਸ ਰਾਹੀਂ ਹੀ ਹਉਮੈ ਰੋਗ ਜੋ ਤੈਨੂੰ ਲੱਗਾ ਹੋਇਆ ਇਹਦਾ ਇਲਾਜ ਹੋਵੇਗਾ। ਹਉਮੈ ਮੇਰਾ ਸਭ ਦੇ ਖੋਈ। ਕਹਿੰਦੇ ਨੇ ਜਿਹੜਾ ਹਉਮੈ ਸਾਡੇ ਅੰਦਰ ਰੋਗ ਹੈ, ਜੋ ਮੈਂ ਮੇਰੀ ਦਾ ਰੋਗ ਹੈ, ਇਹ ਸ਼ਬਦ ਦੇ ਅਭਿਆਸ ਰਾਹੀਂ, ਸ਼ਬਦ ਦੀ ਸਿੱਖਿਆ ਰਾਹੀਂ ਦੂਰ ਹੁੰਦਾ ਹੈ। ਕਿਉਂਕਿ ਗੁਰ ਸ਼ਬਦ ਦੀ ਜਦੋਂ ਵਿਚਾਰ ਕਰਾਂਗੇ ਤੇ ਸੋਝੀ ਹੋਵੇਗੀ। ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰਬ ਹੰਡੀ ਹੈ, ਕਿ ਜਦੋਂ ਇਸ ਜਗਤ ਤੇ ਸਦਾ ਲਈ ਰਹਿਣਾ ਨਹੀਂ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮਸਰ ਮੂਏ ਅਜ਼ਰਾਇਲ, ਗਿਰਫਤੇ ਦਿਲ ਹੇਚ ਨਾ ਦਾਨੀ। ਜਦੋਂ ਤਖਤੇ ਤੇ ਰਹਿਣਾ ਨਹੀਂ, ਕਾਲ ਕਦੇ ਵੀ ਹਮਲਾ ਕਰ ਸਕਦਾ ਹੈ। ਸੱਚ ਹੈ, ਉਦੋਂ ਹੀ ਮੈਂ ਮੇਰੀ ਦੂਰ ਹੁੰਦੀ ਹੈ, ਉਦੋਂ ਫਿਰ ਆਪਣੀ ਹਸਤੀ ਦੂਰ ਹੁੰਦੀ ਹੈ ਤੇ ਪਰਮਾਤਮਾ ਦੀ ਹਸਤੀ ਨਜ਼ਰ ਆਉਂਦੀ ਹੈ। ਤੇ ਜਦੋਂ ਪਰਮਾਤਮਾ ਦੀ ਹਸਤੀ ਨਜ਼ਰ ਆਉਂਦੀ ਹੈ, ਪਰਮਾਤਮਾ ਦਾ ਨਾਮ ਨਜ਼ਰ ਆਉਂਦਾ ਹੈ, ਸਤਿਗੁਰੂ ਕਹਿੰਦੇ ਨਿਰਮਲ ਨਾਮ ਵਸੈ ਮਨ ਸੋਈ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਜਦੋਂ ਮੇਰੇ ਅੰਦਰੋਂ ਹੰਕਾਰ ਮੁੱਕ ਗਿਆ, ਬਸ ਫਿਰ ਉਦੋਂ ਮਨ ਨਿਰਮਲ ਹੋ ਗਿਆ। ਤੇ ਮਨ ਨਿਰਮਲ ਹੋਇਆ, ਇਹਦੇ ਵਿੱਚ ਨਿਰਮਲ ਨਾਮ ਦਾ ਵਾਸਾ ਹੋ ਗਿਆ, ਮਨ ਨੂੰ ਟਿਕਾ ਮਿਲ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਗਤ ਦੇ ਉੱਤੇ ਜੇ ਕਮਾਉਣ ਵਾਲਾ ਕੋਈ ਕਰਮ ਹੈ ਤੇ ਕਰਮ ਹੈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ। ਕਹਿੰਦੇ ਜਗਤ ਦੇ ਉੱਤੇ ਕਰਮ ਕਮਾਉਣ ਵਾਲਾ ਹੈ ਸ਼ਬਦ ਦੀ ਵਿਚਾਰ ਦਾ, ਸ਼ਬਦ ਦੀ ਸਿੱਖਿਆ ਜੀਵਨ ਦੇ ਵਿੱਚ ਲਾਗੂ ਕਰਨ ਦਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਜੇ ਸੰਸਾਰ ਤੇ ਕੋਈ ਇਨਸਾਨ ਆਪਣੇ ਗੁਰੂ ਦੀ ਸਿੱਖਿਆ ਨਹੀਂ ਕਮਾ ਰਿਹਾ, ਧਰਮ ਦੇ ਗੁਣਾਂ ਨੂੰ ਧਾਰਨ ਨਹੀਂ ਕਰ ਰਿਹਾ, ਕਿਉਂਕਿ ਧਰਮ ਲਿਬਾਸ ਦਾ, ਪਹਿਰਾਵੇ ਦਾ ਨਾਮ ਨਹੀਂ, ਧਰਮ ਗੁਣਾਂ ਨੂੰ ਧਾਰਨ ਕਰਨ ਦਾ ਨਾਮ ਹੈ। ਸਿੱਖ ਲਿਬਾਸ ਦਾ, ਬਾਣੇ ਦਾ, ਪਹਿਰਾਵੇ ਦਾ ਨਾਮ ਨਹੀਂ। ਉਹੀ ਸਿੱਖ ਆਪਣੇ ਆਪ ਨੂੰ ਵਿਖਾ ਸਕਦਾ ਹੈ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਨਿਆਰਾ ਗੁਣ ਹੈ। ਉਹੀ ਸਿੱਖ ਹੈ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਅੰਮ੍ਰਿਤ ਵੇਲਾ ਹੈ। ਉਹੀ ਸਿੱਖ ਹੈ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਇਲਾਹੀ ਨਿਮਰਤਾ ਹੈ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ, ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ, ਬਿਨ ਸ਼ਬਦੈ ਹੋਰ ਮੋਹ ਗੁਬਾਰ। ਗੁਰੂ ਦੀ ਸ਼ਬਦ ਦੀ ਕਮਾਈ ਤੋਂ ਬਿਨਾ ਸੰਸਾਰ ਦੇ ਜਿਤਨੇ ਵੀ ਕਰਮ ਇਨਸਾਨ ਕਮਾਉਂਦਾ, ਇਹ ਸਭ ਹੰਕਾਰ ਅਤੇ ਮੋਹ ਨੂੰ ਜਨਮ ਦੇ ਦਿੰਦੇ ਨੇ। ਇਹ ਪਰਮਾਤਮਾ ਤੋਂ ਇਸ ਇਨਸਾਨ ਦੀ ਵਿੱਥ ਪਾ ਦਿੰਦੇ ਨੇ। ਪਰ ਜੇ ਕਿਤੇ ਨਾਮ ਦਾ ਵਾਸਾ ਹੋ ਜਾਵੇ, ਸਭ ਦੇ ਨਾਮ ਰਖੇ ਔਰ ਧਾਰ, ਕਹਿੰਦੇ ਨੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲਵੇ, ਸਭ ਦੇ ਗਤ ਮਤ ਮੋਖ ਦੁਆਰ। ਸ਼ਬਦ ਦੀ ਕਮਾਈ ਦੇ ਨਾਲ ਹੀ ਖਾਲਸਾ ਜੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਹਿੰਦੇ ਅਵਰ ਨਾਹੀ ਕਰ ਦੇਖਣ ਹਾਰੋ, ਸਾਚਾ ਆਪ ਅਨੂਪ ਅਪਾਰੋ। ਕਹਿੰਦੇ ਪਰਮਾਤਮਾ ਵਰਗਾ ਕੋਈ ਹੋਰ ਨਜ਼ਰ ਨਹੀਂ ਆਉਂਦਾ, ਉਹ ਆਪ ਹੀ ਸੱਚਾ ਹੈ, ਉਹਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜਾ ਸਦਾ ਹੀ ਪਰਮਾਤਮਾ ਜੀਵਾਂ ਦੇ ਉੱਤੇ ਮਿਹਰ ਕਰਦਾ ਹੈ, ਰਾਮ ਨਾਮ ਊਤਮ ਗਤ ਹੋਈ। ਕਿਉਂਕਿ ਜਿੱਥੇ ਪਰਮਾਤਮਾ ਵਰਗਾ ਦੂਜਾ ਨਜ਼ਰ ਨਹੀਂ ਆਉਂਦਾ, ਪਰਮਾਤਮਾ ਦੇ ਨਾਮ ਜਿੰਨੀ ਤਾਕਤ ਰੱਖਣ ਵਾਲਾ ਕੋਈ ਦੂਜਾ ਨਾਮ ਵੀ ਨਜ਼ਰ ਨਹੀਂ ਆਉਂਦਾ। ਉਹ ਰਮੇ ਹੋਏ ਰਾਮ ਦੇ ਨਾਮ ਦੇ ਵਿੱਚ ਇਹ ਤਾਕਤ ਹੈ, ਇਹ ਕਲਾ ਹੈ ਕਿ ਇਨਸਾਨ ਨੂੰ ਊਤਮ ਪਦਵੀ ਦੀ ਪ੍ਰਾਪਤ ਹੁੰਦੀ ਹੈ, ਸੁਚੱਜੇ ਰਾਹ ਤੇ ਤੁਰਦਾ ਹੈ, ਇਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਤੇ ਸੱਚ ਹੈ ਸੰਸਾਰ ਦੀ ਫਾਹੀ ਤੋਂ ਬੰਦ ਖਲਾਸੀ ਹੋ ਜਾਂਦੀ ਹੈ, ਸੰਸਾਰ ਦੀ ਕੈਦ ਤੋਂ ਬੰਦ ਖਲਾਸੀ ਹੋ ਜਾਂਦੀ ਹੈ। ਪਰ ਉਦੋਂ ਹੁੰਦੀ ਹੈ ਜਦੋਂ ਨਾਨਕ ਖੋਜ ਲਹੈ ਜਨ ਕੋਈ। ਜਦੋਂ ਸੰਸਾਰ ਤੇ ਕੋਈ ਰੱਬ ਨੂੰ ਚੇਤੇ ਕਰਕੇ, ਪਰਮਾਤਮਾ ਨੂੰ ਚੇਤੇ ਕਰਕੇ ਸ਼ਬਦ ਦੀ ਖੋਜ ਕਰ ਲਵੇ, ਨੇਤਰ ਬੰਦ ਕਰਕੇ ਕਿਤੇ ਅੰਦਰ ਝਾਤ ਲਾਵੇ, ਅੰਤਰਮੁਖੀ ਨੇਤਰਾਂ ਦੇ ਨਾਲ ਆਪਣੇ ਮਨ ਦੇ ਘੁੱਪ ਹਨੇਰੇ ਨੂੰ ਤੱਕ ਕੇ ਇਸ ਮਨ ਦੇ ਕਾਲੇ ਹਨੇਰੇ ਦੇ ਵਿੱਚੋਂ ਗੁਰੂ ਕੀ ਮੂਰਤ ਦਾ ਧਿਆਨ ਟਿਕਾਵੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੀ ਮੂਰਤ ਦਾ ਧਿਆਨ ਟਿਕਾਵੇ, ਤਾਂ ਬੰਦ ਖਲਾਸੀ ਹੁੰਦੀ ਹੈ। ਜੇ ਗੁਰੂ ਦੇ ਸ਼ਬਦ ਦਾ ਪੱਲਾ ਹੋਵੇ। ਖਾਲਸਾ ਜੀ ਬੰਦੀ ਛੋੜ ਦਿਵਸ ਜੋ 400 ਸਾਲਾ ਸਮੁੱਚਾ ਗੁਰੂ ਕਾ ਖਾਲਸਾ ਪੰਥ ਮਨਾਉਣ ਜਾ ਰਿਹਾ, ਬੇਨਤੀ ਕਰਾਂ ਕਿ ਜੇ ਗੁਰੂ ਕੀ ਚੋਲੇ ਦੀ ਕਲੀਆਂ ਦਾ ਪੱਲਾ ਪਕੜਿਆ, ਕਲੀਆਂ ਪਕੜੀਆਂ, ਤਾਂ ਬੰਦ ਖਲਾਸੀ ਹੋਈ। ਤੇ ਜੇ ਅੱਜ ਆਪਾਂ ਵੀ ਗੁਰੂ ਸ਼ਬਦ ਦਾ ਪੱਲਾ ਪਕੜਾਂਗੇ, ਗੁਰਬਾਣੀ ਦੀ ਪੰਕਤੀਆਂ ਦਾ ਪੱਲਾ ਪਕੜਾਂਗੇ, ਤਾਂ ਹੀ ਬੰਦ ਖਲਾਸੀ ਹੋਵੇਗੀ। ਬੰਦੀ ਛੋੜ ਦਿਵਸ ਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਕਿਰਪਾ ਕਰੋ ਕਿਤੇ ਸਾਡੀ ਵੀ ਬੰਦ ਖਲਾਸੀ ਕੱਢ ਦੋ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਿਰਪਾ ਕਰੋ। ਪਿਆਰਿਓ, ਇਹ ਬੰਦੀ ਛੋੜ ਦਿਵਸ ਦਾ ਬੜਾ ਮਹਾਤਮ ਹੈ। ਆਪ ਸਭ ਇਤਿਹਾਸ ਤੋਂ ਭਲੀ ਭਾਂਤ ਜਾਣੂ ਹੋ। ਔਰ ਮੈਂ ਬੇਨਤੀ ਕਰਾਂ, ਐਸਾ ਮਹਾਤਮ ਹੈ ਕਿ ਗੁਰੂ ਕੇ ਸਿੰਘਾਂ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਲਾਲ ਕਿਲਾ ਫਤਿਹ ਕੀਤਾ, 19 ਵਾਰ ਗੁਰੂ ਕੇ ਖਾਲਸੇ ਪੰਥ ਨੇ, ਨਿਹੰਗ ਸਿੰਘਾਂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ, ਲਾਲ ਕਿਲਾ ਫਤਿਹ ਕੀਤਾ, ਤਖਤ ਦੇ ਉੱਤੇ ਗੁਰੂ ਕਾ ਖਾਲਸਾ ਪੰਥ ਸਜਿਆ, ਬੰਦੀ ਛੋੜ ਦਿਵਸ ਆ ਗਿਆ। ਪਿਆਰ ਵਾਲਿਓ, ਤਾਂ ਗੁਰੂ ਕੇ ਸਿੱਖਾਂ ਨੇ ਰਾਜ ਭਾਗ ਦਾ ਲਾਲਚ ਨਾ ਕੀਤਾ, ਆਪਣੇ ਗੁਰੂ ਦੇ ਦਿਹਾੜਿਆਂ ਨੂੰ ਮੁੱਖ ਰੱਖਿਆ, ਬੰਦੀ ਛੋੜ ਦਿਵਸ ਨੂੰ ਮੁੱਖ ਰੱਖਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮੁੱਖ ਰੱਖਿਆ। ਦਿੱਲੀ ਦੇ ਲਾਲ ਕਿਲੇ ਨੂੰ, ਤਖਤਾਂ ਨੂੰ ਠੋਕਰ ਮਾਰ ਕੇ ਕਹਿਣ ਲੱਗੇ ਬੰਦੀ ਛੋੜ ਦਿਵਸ ਮਨਾਵਾਂਗੇ, ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਇਹ ਦਿੱਲੀ ਦਾ ਤਖਤ ਕੀ ਚੀਜ਼ ਹੈ, ਜਿਉਂ ਬਿੱਲੀ ਮਾਰੀ ਤਿਉਂ ਦਿੱਲੀ ਮਾਰੀ। ਗੁਰੂ ਕੇ ਸਿੰਘ ਕਹਿੰਦੇ ਜਿਵੇਂ ਬਿੱਲੀ ਮਾਰੀ ਦੀ ਦਿੱਲੀ ਤੇ, ਉਸ ਤਰ੍ਹਾਂ ਗੁਰੂ ਕੇ ਖਾਲਸੇ ਲਈ। ਮੇਰੇ ਕਹਿਣ ਤੋਂ ਭਾਵ ਕਿ ਬੰਦੀ ਛੋੜ ਦਿਵਸ ਦਾ ਗੁਰੂ ਖਾਲਸਾ ਪੰਥ ਦੇ ਅੰਦਰ ਬੜਾ ਵੱਡਾ ਮਹਾਤਮ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੰਦੀ ਛੋੜ ਦਿਵਸ ਤੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਸੱਜਦਾ, ਸਮੁੱਚੇ ਦਲ ਪੰਥ ਸੱਜਦੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਮਰਿਆਦਾ ਅਨੁਸਾਰ ਅੱਜ ਵੀ ਉਸੇ ਤਰ੍ਹਾਂ ਮਹੱਲੇ ਚੜੇ ਜਾਂਦੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜ ਦੌੜਾਂ ਕਰਾਉਂਦੇ ਸੀ, ਗੁਰੂ ਹਰਗੋਬਿੰਦ ਸਾਹਿਬ ਘੋੜ ਦੌੜਾਂ ਕਰਾਉਂਦੇ ਸੀ। ਸੋ ਸਤਿਗੁਰ ਕਿਰਪਾ ਕਰਨ ਕਿਤੇ ਬੰਦੀ ਛੋੜ ਦਿਵਸ ਤੇ ਆਪਾਂ ਵੀ ਗੁਰ ਸ਼ਬਦ ਦੀ ਕਮਾਈ ਕਰਕੇ ਬੰਦ ਖਲਾਸੀ ਕਰੀਏ ਔਰ ਮੋਕਸ਼ ਦੀ ਪ੍ਰਾਪਤੀ ਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਦਾਤ ਮੰਗੀਏ। ਸੋ ਇਤਨੀਆਂ ਬੇਨਤੀਆਂ ਆਪ ਸਭ ਸੰਗਤਾਂ ਨੇ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਏ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਮਹਾਂਪੁਰਖਾਂ ਦਾ ਧੰਨਵਾਦ। ਆਪ ਸਭ ਸੰਗਤਾਂ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਰਾਮ ਨਾਮ ਊਤਮ ਗਤ ਹੋਈ, ਨਾਨਕ ਖੋਜ ਲਹੈ ਜਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।